ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਆਪ ਜੀ ਜਾਣਦੇ ਹੋ ਕਿ ਮੈਂ ਨਵਦੀਪ ਸਿੰਘ ਸੂਰੀ ਜੀ ਦਾ ਇੰਟਰਵਿਊ ਆਪਣੇ ਚੈਨਲ ਤੇ ਪਾਇਆ ਹੈ। ਉਸ ਦਾ ਪਾਰਟ 1 ਤੇ ਪਾਰਟ 2 ਵਿੱਚ ਮੈਂ ਚਰਚਾ ਕੀਤੀ ਹੈ ਨਾਨਕ ਸਿੰਘ ਜੀ ਬਾਰੇ, ਕਿਉਂਕਿ ਨਾਨਕ ਸਿੰਘ ਜੀ ਉਹਨਾਂ ਦੇ ਗ੍ਰੈਂਡਫਾਦਰ ਨੇ ਨਵਦੀਪ ਸਿੰਘ ਸੂਰੀ ਜੀ ਦੇ। ਨਵਦੀਪ ਸਿੰਘ ਸੂਰੀ ਜੀ ਨੇ ਕਾफ़ੀ ਵਿਸ਼ਿਆਂ 'ਤੇ ਗੱਲਬਾਤ ਕੀਤੀ। ਨਾਨਕ ਸਿੰਘ ਜੀ ਨਾਲ ਉਹਨਾਂ ਦੇ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ, ਕਿਉਂਕਿ ਦਾਦੇ ਪੋਤੇ ਦੇ ਰਿਲੇਸ਼ਨ ਬੜੇ ਖਾਸ ਹੁੰਦੇ ਨੇ। ਤੋ ਨਾਨਕ ਸਿੰਘ ਜੀ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਦਰਸ਼ਕਾਂ ਨੂੰ। ਨਾਨਕ ਸਿੰਘ ਜੀ ਦਾ ਜਨਮ ਜਿਹੜਾ ਹੈ 1897 ਵਿੱਚ ਹੋਇਆ, ਜੇਹਲਮ ਡਿਸਟ੍ਰਿਕਟ ਵਿੱਚ। 1971 ਦੇ ਵਿੱਚ ਉਹਨਾਂ ਦਾ ਇੰਤਕਾਲ ਹੋਇਆ ਹੈ। ਅਤੇ ਉਹ ਪਲੇ ਰਾਈਟ ਨੇ, ਪੋਇਟ ਨੇ, ਨੋਵਲਿਸਟ ਨੇ। ਉਹਨਾਂ ਨੇ ਲਗਭਗ 58-59 ਨੋਵਲਸ ਲਿਖੇ ਨੇ। ਉਹਨਾਂ ਨੇ ਕਾਵਿ ਰਚਨਾਵਾਂ ਵੀ ਕੀਤੀਆਂ ਨੇ। ਉਹਨਾਂ ਨੇ ਕਹਾਣੀ ਸੰਗ੍ਰਹਿ ਵੀ ਲਿਖੇ ਨੇ। ਉਹਨਾਂ ਦੀ ਜਿਹੜੀ ਸਭ ਤੋਂ ਮਸ਼ਹੂਰ ਨੋਵਲ ਹੋਇਆ 1932 ਵਿੱਚ ਚਿੱਟਾ ਲਹੂ ਲਿਖਿਆ ਗਿਆ ਸੀ, ਔਰ ਪਵਿੱਤਰ ਪਾਪੀ ਦੇ ਉੱਪਰ 1968 ਵਿੱਚ ਮੂਵੀ ਬਣੀ ਸੀ, ਜਿਸ ਦੇ ਵਿੱਚ ਬਲਰਾਜ ਸਾਹਨੀ ਦੇ ਬੇਟੇ ਪ੍ਰੀਕਸ਼ਿਤ ਸਾਹਨੀ ਨੇ ਲੀਡ ਰੋਲ ਕੀਤਾ ਸੀ। ਸੋ ਨੇ ਰਚਨਾਵਾਂ ਨੇ, ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਕਾਵਿ ਰਚਨਾਵਾਂ ਕੀਤੀਆਂ ਨੇ, ਕਹਾਣੀ ਸੰਗ੍ਰਹਿ ਲਿਖੇ ਨੇ, ਨਾਵਲ ਲਿਖੇ ਨੇ। ਸੋ ਮੈਂ ਇੱਕ ਲਿਸਟ ਜਿਹੜੀ ਹੈ, ਉਹਨਾਂ ਨੇ ਇੱਕ ਆਪਣੀ ਜੀਵਨੀ ਵੀ ਲਿਖੀ ਹੈ, ਮੇਰੀ ਦੁਨੀਆ। ਸੋ ਇਹ ਸਾਰੇ ਹੀ ਪੜ੍ਹਨ ਵਾਲੇ ਨੇ, ਬਹੁਤ ਹੀ ਅੱਛੇ ਨੇ। ਮੈਂ ਇੱਕ ਸਾਇੰਸ ਸਟੂਡੈਂਟ ਹੋਣ ਦੇ ਬਾਵਜੂਦ ਮੇਰਾ ਨਾਨਕ ਸਿੰਘ ਜੀ ਨਾਲ ਜਿਹੜਾ ਹੈ, ਮੈਂ ਕਿਸ ਤਰ੍ਹਾਂ ਨਾਨਕ ਸਿੰਘ ਜੀ ਦੇ ਨਾਵਲ ਪੜ੍ਹੇ। ਮੈਂ ਜਦੋਂ UPSC ਦੇ ਵਾਸਤੇ ਆਪਣਾ ਆਪਸ਼ਨਲ ਚੇਂਜ ਕਰਨਾ ਚਾਹ ਰਿਹਾ ਸੀ, ਕਿਉਂਕਿ ਕੈਮਿਸਟਰੀ ਵਿੱਚ ਮੈਂ 2 ਵਾਰ ਕੈਮਿਸਟਰੀ ਨਾਲ ਜਿਹੜਾ ਹੈ ਐਗਜ਼ਾਮ ਦਿੱਤਾ। ਫਸਟ ਟਾਈਮ ਮੇਰਾ ਫਿਜ਼ਿਕਸ ਹੀ ਜਿਹੜਾ ਸੀਗਾ ਪ੍ਰੀਲਿਮਸ ਦੇ ਵਿੱਚ ਸੀਗਾ, ਫਿਜ਼ਿਕਸ ਨਾਲ ਮੇਰਾ ਪ੍ਰੀਲਿਮ ਕਲੀਅਰ ਨਹੀਂ ਹੋਇਆ। ਸੈਕਿੰਡ ਟਾਈਮ ਆਈ ਕਲੀਅਰ ਦੇ ਪ੍ਰੀਲਿਮਸ, ਅਤੇ ਮੇਨਸ ਦੇ ਵਿੱਚ ਮੇਰੇ ਫਿਜ਼ਿਕਸ ਕੈਮਿਸਟਰੀ ਆਪਸ਼ਨਲ ਸੀਗੇ। ਬਟ ਮੈਂ ਕੈਮਿਸਟਰੀ ਨੂੰ ਇੰਨਾ ਕੁ ਜ਼ਿਆਦਾ ਟਾਈਮ ਦੇ ਚੁੱਕਾ ਸੀਗਾ, ਪਰਟੀਕੁਲਰਲੀ ਔਰਗੈਨਿਕ ਕੈਮਿਸਟਰੀ ਨੂੰ, ਕਿ ਕੈਮਿਸਟਰੀ ਆਈ ਵਾਂਟਡ ਟੂ ਚੇਂਜ, ਕਿਉਂਕਿ ਮੈਨੂੰ ਪਤਾ ਸੀ ਮੈਂ ਹੋਰ ਐਫਰਟ ਨਹੀਂ ਕਰ ਸਕਦਾ। ਸੋ ਮੈਂ ਇੱਕ ਨਵਾਂ ਆਪਸ਼ਨਲ ਲਿਆ, ਪੰਜਾਬੀ। ਸੋ ਪੰਜਾਬੀ ਦੇ ਵਿੱਚ ਮੈਂ ਜਿਹੜਾ ਹੈ ਸਾਰੇ ਜਦੋਂ ਪੰਜਾਬੀ ਲਿਟਰੇਚਰ ਪੜ੍ਹਿਆ, ਤਾਂ ਪੰਜਾਬੀ ਦਾ ਮੈਂ ਇੱਕ ਵਾਰ ਸਿਲੇਬਸ ਜਿਹੜਾ ਪਾਰਟ B ਹੈ ਤੁਹਾਨੂੰ ਦਿਖਾਉਂਦਾ ਵਾਂ। ਸੋ ਇਹ ਪੰਜਾਬੀ ਦੇ ਸਿਲੇਬਸ ਦਾ ਪਾਰਟ B ਹੈ, ਅਤੇ ਇਹਦੇ ਵਿੱਚ ਨਾਨਕ ਸਿੰਘ ਜੀ ਦੇ 3 ਨਾਵਲ ਨੇ, ਚਿੱਟਾ ਲਹੂ, ਪਵਿੱਤਰ ਪਾਪੀ, ਇੱਕ ਮਿਆਨ ਦੋ ਤਲਵਾਰਾਂ। ਸੋ ਜਦੋਂ ਮੈਂ ਇਹ 3 ਨਾਵਲ ਪੜ੍ਹੇ ਤਾਂ ਮੈਨੂੰ ਪੰਜਾਬੀ ਦੇ ਵਿੱਚ ਹੋਰ ਇੰਟਰਸਟ ਆਇਆ। ਸੋ ਜਦੋਂ ਵੀ ਲੋਕ ਮੈਨੂੰ ਪੁੱਛਦੇ ਸੀਗੇ ਜੀ, ਜਦੋਂ ਮੈਂ UPSC ਐਗਜ਼ਾਮ ਕਲੀਅਰ ਕਰ ਲਿਆ, ਅਤੇ ਉਸ ਤੋਂ ਬਾਅਦ ਜਿੱਦਾਂ ਲੋਕ ਗਾਈਡੈਂਸ ਲੈਣ ਪੁੱਛਦੇ ਸੀਗੇ ਕਿ ਵੀ ਕੀ ਅਸੀਂ ਪੰਜਾਬੀ ਲਿਟਰੇਚਰ ਲਈਏ, ਗਾਈਡੈਂਸ ਲੈਣ ਵਾਸਤੇ ਆਉਂਦੇ ਸੀ, ਅਤੇ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ ਆਪਣਾ ਇੰਟਰਸਟ ਦੇਖੋ। ਸੋ ਇੰਟਰਸਟ ਵਾਚਣ ਦਾ ਸਭ ਤੋਂ ਈਜ਼ੀ ਤਰੀਕਾ ਕੀ ਸੀਗਾ ਕਿ ਜੇ ਤੁਸੀਂ ਨਾਨਕ ਸਿੰਘ ਜੀ ਦੇ ਨਾਵਲ ਪੜ੍ਹ ਲਏ ਅਤੇ ਤੁਹਾਨੂੰ ਇੰਟਰਸਟ ਆ ਰਿਹਾ ਤਾਂ ਤੁਸੀਂ ਲੈ ਸਕਦੇ ਹੋ। ਅਗਰ ਤੁਹਾਨੂੰ ਨਾਨਕ ਸਿੰਘ ਜੀ ਦੇ ਨਾਵਲ ਪੜ੍ਹ ਕੇ ਵੀ ਪੰਜਾਬੀ ਵਿੱਚ ਇੰਟਰਸਟ ਨਹੀਂ ਆ ਰਿਹਾ ਤਾਂ ਤੁਸੀਂ ਬਿਲਕੁਲ ਨਾ ਲਓ, ਕਿਉਂਕਿ ਸਭ ਤੋਂ ਜ਼ਿਆਦਾ ਇੰਟਰਸਟਿੰਗ ਪਾਰਟ ਜਿਹੜਾ ਪੰਜਾਬੀ ਲਿਟਰੇਚਰ ਦੇ ਵਿੱਚ ਹੈ ਤਾਂ ਉਹ ਹੈ ਨਾਨਕ ਸਿੰਘ ਜੀ ਦੇ ਨਾਵਲਸ। ਉਹਨਾਂ ਨੇ ਬੜੇ ਹੀ ਅੱਛੇ ਤਰੀਕੇ ਨਾਲ ਲਿਖੇ ਨੇ, ਉਹਨਾਂ ਦੀ ਲਿਖਾਈ ਬਹੁਤ ਹੀ ਅੱਛੀ ਹੈ। ਉਹਨਾਂ ਨੇ ਪੰਜਾਬੀ ਦੇ ਵਿੱਚ ਇੰਨੀ ਅੱਛੀ ਪੰਜਾਬੀ ਦਾ ਜਿਹੜਾ ਹੈ ਮਾਝੀ ਉਹਨਾਂ ਨੇ ਪ੍ਰਯੋਗ ਕੀਤਾ ਹੈ। ਉਹਨਾਂ ਵਿੱਚ ਮੁਹਾਵਰੇ ਵੀ ਨੇ, ਅਖਾਣਾਂ ਵੀ ਨੇ, ਉਹਨਾਂ ਵਿੱਚ ਹੋਰ ਬਥੇਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਬੜਾ ਹੀ ਅੱਛਾ ਜਿਹੜਾ ਮੌਕਾ ਮੇਲ ਹੈ, ਅੱਤ ਦਾ ਮੌਕਾ ਮੇਲ ਉਹਨਾਂ ਨੇ ਯੂਜ਼ ਕੀਤਾ ਹੈ। ਮਤਲਬ ਬਹੁਤ ਹੀ ਅੱਛਾ ਉਹਨਾਂ ਦਾ ਮੌਕਾ ਮੇਲ ਹੁੰਦਾ ਹੈ ਕਿ ਵੀ ਪਾਤਰ ਜਿਹੜਾ ਹੈ ਸਟਾਰਟਿੰਗ ਦੇ ਵਿੱਚ ਆਇਆ, ਫਿਰ ਉਹ ਐਂਡ 'ਤੇ ਆ ਕੇ ਫਿਰ ਆ ਜਾਂਦਾ ਹੈ। ਸੋ ਬੜੇ ਹੀ ਅੱਛੇ ਤਰੀਕੇ ਨਾਲ ਉਹਨਾਂ ਨੇ ਨਾਵਲ। ਨਾਨਕ ਸਿੰਘ ਜੀ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਲੋਕ ਪੰਜਾਬੀ ਪੜ੍ਹਨਾ ਉਹਨਾਂ ਕਰਕੇ, ਉਹਨਾਂ ਦੇ ਨਾਵਲਾਂ ਕਰਕੇ ਸਿੱਖਦੇ ਸੀ। ਇਹ ਬਿਲਕੁਲ ਸਹੀ ਗੱਲ ਹੈ, ਅਤੇ ਇਹਨਾਂ ਬਾਰੇ ਨਵਦੀਪ ਸਿੰਘ ਸੂਰੀ ਜੀ ਨੇ ਵੀ ਜ਼ਿਕਰ ਕੀਤਾ ਹੈ। ਮੈਂ ਬਹੁਤ ਲੋਕਾਂ ਤੋਂ ਸੁਣਿਆ ਕਿ ਨਾਨਕ ਸਿੰਘ ਜੀ ਦੀ 1950s ਦੇ ਵਿੱਚ, 60s ਦੇ ਵਿੱਚ ਇੰਨੀ ਕੁ ਉਹਨਾਂ ਦੇ ਲੋਕਪ੍ਰਿਯਤਾ ਸੀ ਕਿ ਲੋਕ ਪੰਜਾਬੀ ਪੜ੍ਹਨਾ ਸਿੱਖਦੇ ਸੀ ਉਹਨਾਂ ਕਰਕੇ, ਜਿਹੜੇ ਪੰਜਾਬੀ ਜਿਹਨਾਂ ਨੂੰ ਨਹੀਂ ਆਉਂਦੀ ਹੁੰਦੀ ਸੀ, ਜਾਂ ਬਾਹਰਲੇ ਮੁਲਕਾਂ ਦੇ ਜਾਂ ਬਾਹਰਲੇ ਪ੍ਰਦੇਸ਼ਾਂ ਦੇ ਲੋਕ ਜਿਹੜੇ ਹੈ ਉਹਨਾਂ ਦੀ ਰਚਨਾਵਾਂ ਨੂੰ ਪੜ੍ਹਨ ਕਰਕੇ ਵਿਸ਼ੇਸ਼ ਤੌਰ 'ਤੇ ਪੰਜਾਬੀ ਸਿੱਖਦੇ ਸੀ। ਇਸ ਤਰ੍ਹਾਂ ਦਾ ਉਹਨਾਂ ਦਾ ਕਰੇਜ਼ ਸੀ, ਇਸ ਤਰ੍ਹਾਂ ਦੀ ਉਹਨਾਂ ਦੀ ਲੋਕਪ੍ਰਿਯਤਾ ਸੀ, ਇਸ ਤਰ੍ਹਾਂ ਦਾ ਉਹਨਾਂ ਦੇ ਨਾਵਲਾਂ ਦਾ ਜਿਹੜਾ ਹੈ ਪਬਲਿਕ ਦੇ ਵਿੱਚ ਪ੍ਰਚਲਨ ਸੀ। ਸੋ ਮੈਂ ਨਵਦੀਪ ਸਿੰਘ ਸੂਰੀ ਜੀ ਨਾਲ ਗੱਲਬਾਤ ਕੀਤੀ, ਤੁਸੀਂ ਉਹਦਾ ਪਾਰਟ 2 ਸੁਣੋਗੇ। ਪਾਰਟ 2 ਦੇ ਵਿੱਚ ਉਹਨਾਂ ਨੇ ਆਪਣੇ ਦਾਦਾ ਜੀ ਦੇ ਬਾਰੇ ਦੱਸਿਆ ਹੈ, ਕਿਸ ਤਰ੍ਹਾਂ ਆਪਣੇ ਦਾਦਾ ਜੀ ਦੇ ਵਾਸਤੇ ਜਿਹੜਾ ਹੈ ਉਹਨਾਂ ਦੇ ਸਾਰੇ ਜਿਹੜੇ ਨਾਵਲਸ ਨੇ ਉਹਨਾਂ ਵਾਸਤੇ ਜਿਹੜਾ ਇੱਕ ਸੰਗ੍ਰਹਾਲਿਆ ਬਣਾ ਰਹੇ ਨੇ, ਜਿੱਥੇ ਉਹਨਾਂ ਦੀ ਮੈਨੂਸਕ੍ਰਿਪਟਸ, ਹੱਥ ਲਿਖਤਾਂ ਜਿਹੜੀਆਂ ਹਨ ਉਹ ਪ੍ਰੀਜ਼ਰਵ ਕਰਨਗੇ, ਜਾਂ ਜਿਹੜੀਆਂ ਬਲਰਾਜ ਸਾਹਨੀ ਨੇ ਚਿੱਠੀਆਂ ਲਿਖੀਆਂ ਨੇ ਉਹ ਪ੍ਰੀਜ਼ਰਵ ਕਰਨਗੇ, ਜਾਂ ਹੋਰ ਜਿੰਨੇ ਵੀ ਉਹਨਾਂ ਦੇ ਕੋਲ ਐਸੇ ਡਾਕੂਮੈਂਟਸ ਨੇ ਆਪਣੇ ਦਾਦਾ ਜੀ ਦੇ ਬਾਰੇ ਉਹ ਪ੍ਰੀਜ਼ਰਵ ਕਰਨਗੇ। ਸੋ ਮੈਨੂੰ ਇਹ ਗੱਲ ਸੁਣ ਕੇ ਬਹੁਤ ਹੀ ਅੱਛਾ ਲੱਗਿਆ। ਔਰ ਇਸ ਤੋਂ ਇਲਾਵਾ ਹੋਰ ਕਾਫੀ ਗੱਲਾਂ ਹੋਈਆਂ ਕਿ ਕਿਸ ਤਰ੍ਹਾਂ 1919 ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਉਹ ਮੌਜੂਦ ਸੀ, ਕਿਉਂਕਿ ਇਹ ਕਈ ਥਾਵਾਂ 'ਤੇ ਮੈਂ ਪੜ੍ਹਿਆ ਸੀ ਕਿ ਨਾਨਕ ਸਿੰਘ ਜੀ ਜਲਿਆਂਵਾਲੇ ਬਾਗ ਵਿੱਚ ਆਪਣੇ 2 ਫਰੈਂਡਸ ਨਾਲ ਗਏ ਸੀ, ਅਤੇ ਉਹਨਾਂ ਦੀ ਫਰੈਂਡਸ ਦੀ ਡੈਥ ਹੋ ਗਈ ਸੀ ਉੱਥੇ, ਅਤੇ ਉਹ ਜਿਹੜਾ ਹੈ ਨਾਨਕ ਸਿੰਘ ਜੀ ਉੱਥੇ ਬਚ ਗਏ ਸੀ। ਅਤੇ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਜਿਹੜਾ ਹੈ ਇੱਕ ਜਿਹੜਾ ਹੈ ਆਪਣੀ ਕਵਿਤਾ ਦੇ ਵਿੱਚ ਵੀ ਕੀਤਾ ਹੈ, ਜਿਹੜੀ ਸਭ ਤੋਂ ਪਹਿਲਾਂ ਉਹਨਾਂ ਨੇ ਕਵਿਤਾ ਲਿਖੀ ਸੀ ਖੂਨੀ ਵਿਸਾਖੀ। ਉਸ ਤੋਂ ਬਾਅਦ ਨਾਨਕ ਸਿੰਘ ਜੀ ਜਦੋਂ ਜੇਲ੍ਹ ਵਿੱਚ ਗਏ ਨੇ ਉਹਦੀ ਵੀ ਅਸੀਂ ਗੱਲਬਾਤ ਕੀਤੀ। ਮੁਨਸ਼ੀ ਪ੍ਰੇਮ ਚੰਦ ਜੀ ਦੇ ਨਾਵਲ ਉਹਨਾਂ ਨੇ ਪੜ੍ਹੇ, ਅਤੇ ਉਹ ਮੁਨਸ਼ੀ ਪ੍ਰੇਮ ਚੰਦ ਜੀ ਦੇ ਨਾਵਲਾਂ ਤੋਂ ਇੰਨੇ ਕੁ ਪ੍ਰਭਾਵਿਤ ਹੋਏ
ਤੇ ਉਹਨਾਂ ਨੇ ਵੀ ਆਪਣੇ ਜਿਹੜੇ ਇੱਕ ਆਪਣੇ ਨਾਵਲਾਂ ਦੀ ਸਪਿਰਿਟ ਜਿਹੜੀ ਹੈ ਦੇਸ਼ ਪ੍ਰੇਮ ਵਾਲੀ ਹੋ ਗਈ, ਉਹਨਾਂ ਦੀ ਜਿਹੜੀ ਸਪਿਰਿਟ ਹੈ, ਜਿਹੜੀ ਇੱਕ ਸਾਡੇ ਮਜ਼ਦੂਰ ਦੀ ਹੋ ਗਈ, ਸਾਡੇ ਕਿਸਾਨ ਦੀ ਹੋ ਗਈ, ਇਸ ਤਰ੍ਹਾਂ ਦੀ ਉਹਨਾਂ ਦੀ ਸਪਿਰਿਟ ਹੋ ਗਈ ਕਿ ਉਹਨਾਂ ਨੇ ਆਮ ਜਨਤਾ ਵਾਸਤੇ ਜਿਹੜਾ ਹੈ ਨਾਵਲ ਲਿਖੇ, ਉਹਨਾਂ ਨੇ ਆਮ ਜਨਤਾ ਵਾਸਤੇ ਜਿਹੜਾ ਹੈ ਲਿਟਰੇਚਰ ਦੀ ਰਚਨਾ ਕੀਤੀ। ਸੋ ਦਰਸ਼ਕੋ, ਤੁਸੀਂ ਇਹ ਪਾਰਟ 2 ਸੁਣੋ ਇੰਟਰਵਿਊ ਦਾ। ਤੇ ਨਾਲੇ ਮੈਂ ਵੀ ਕਹਿਣਾ ਚਾਹਾਂਗਾ, ਜੇ ਤੁਹਾਨੂੰ ਆਪਣੇ ਆਸ-ਪਾਸ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਦੀ ਲਾਈਫ ਮੋਟੀਵੇਸ਼ਨਲ ਹੈ, ਜਿਸ ਨੇ ਕਾਫੀ ਅੱਛਾ ਕੰਮ ਕੀਤਾ ਹੈ ਆਪਣੀ ਲਾਈਫ ਦੇ ਵਿੱਚ ਜਾਂ ਕਰ ਰਿਹਾ ਹੈ, ਤਾਂ ਤੁਸੀਂ ਮੈਨੂੰ ਉਸ ਦੇ ਬਾਰੇ ਲਿਖ ਕੇ ਭੇਜੋ। ਜੇ ਤੁਸੀਂ ਆਪ ਕੋਈ ਇਸ ਤਰ੍ਹਾਂ ਦੇ ਵਿਅਕਤੀ ਹੋ ਤਾਂ ਤੁਸੀਂ ਮੈਨੂੰ ਆਪ ਆਪਣੇ ਬਾਰੇ ਲਿਖ ਕੇ ਭੇਜੋ। ਮੇਰੀ ਈਮੇਲ ਆਈਡੀ ਹੈ motivationaltalkswithprabjot@the rate gmail.com। ਸੋ ਦਰਸ਼ਕੋ, ਬਣੇ ਰਹੋ ਚੈਨਲ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸਤਿ ਸ਼੍ਰੀ ਅਕਾਲ ਸਰ। ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੇ ਗ੍ਰੈਂਡਫਾਦਰ ਸਾਹਿਬ ਬਾਰੇ, ਨਾਨਕ ਸਿੰਘ ਜੀ ਬਾਰੇ। ਤੋ ਜਿਹੜੇ ਦਰਸ਼ਕਾਂ ਨੇ ਨਾਨਕ ਸਿੰਘ ਜੀ ਦਾ ਨਾਮ ਨਹੀਂ ਸੁਣਿਆ ਤੇ ਪੰਜਾਬੀ ਲਿਟਰੇਚਰ ਵਿੱਚ ਉਹਨਾਂ ਦਾ ਨਾਮ ਨਹੀਂ ਸੁਣਿਆ, ਤੇ ਮੈਨੂੰ ਲੱਗਦਾ ਉਹਨਾਂ ਨੇ ਪੰਜਾਬੀ ਲਿਟਰੇਚਰ ਪੜ੍ਹਿਆ ਹੀ ਨਹੀਂ। ਤੋ ਪੰਜਾਬੀ ਲਿਟਰੇਚਰ ਵਿੱਚ ਜਿਹੜਾ ਬੋਹਿਤ ਨੇ ਪੰਜਾਬੀ ਨੋਵਲ ਦੇ, ਹਾਲਾਂਕਿ ਉਹਨਾਂ ਨੇ ਕਵਿਤਾ ਵੀ ਲਿਖੀ ਹੈ, ਕਹਾਣੀ ਸੰਗ੍ਰਹਿ ਵੀ ਲਿਖੇ ਨੇ, ਤੇ ਪਰ ਜਿਹੜੀ ਉਹਨਾਂ ਨੇ ਪੰਜਾਬੀ ਨੋਵਲ ਦੇ ਵਿੱਚ ਜਿਹੜੀ ਉਹਨਾਂ ਨੇ ਜਾਨ ਪਾਈ ਹੈ, ਮਤਲਬ ਉਹਨਾਂ ਨੇ ਸਟਾਰਟਿੰਗ ਫਰੋਮ, ਜੇ ਤੁਸੀਂ ਚਿੱਟਾ ਲਹੂ ਤੋਂ ਗੱਲ ਕਰੋ, ਜਿੱਥੋਂ ਉਹਨਾਂ ਨੇ 1932 ਵਿੱਚ ਜਿੱਥੋਂ ਉਹਨਾਂ ਦੀ ਮਸ਼ਹੂਰੀ ਹੋਈ ਸੀ, ਹਾਲਾਂਕਿ ਉਸ ਤੋਂ ਪਹਿਲਾਂ ਵੀ 7-8 ਨੋਵਲ ਉਹ ਲਿਖ ਚੁੱਕੇ ਸੀਗੇ। ਤੇ ਉਸ ਤੋਂ ਬਾਅਦ 1970 ਜਿਹੜੇ ਹੈਗਾ 1 ਤੱਕ, ਉਹ ਦਸੰਬਰ 1971 ਜਦੋਂ ਉਹਨਾਂ ਦਾ ਇੰਤਕਾਲ ਹੋਇਆ, ਉਦੋਂ ਤੱਕ ਉਹ ਲਿਖਦੇ ਰਹੇ ਨੇ। ਲਗਭਗ ਸਭ ਤੋਂ ਜ਼ਿਆਦਾ 40,000 ਪੇਜ ਉਹਨਾਂ ਨੇ ਲਿਖੇ, ਆਪਣੇ ਹੱਥੀਂ ਲਿਖੇ ਹੈ। ਤੋ ਮੈਂ ਖੁਦ ਨਾਨਕ ਸਿੰਘ ਜੀ ਦਾ ਲਿਖਾਈ ਦਾ ਬਹੁਤ ਹੀ ਕਾਇਲ ਹਾਂ। ਮਤਲਬ ਮੈਂ ਉਹਨਾਂ ਨੂੰ, ਮੇਰੀ ਇੱਛਾ ਹੁੰਦੀ, ਅਗਰ ਮੈਂ 30-35 ਸਾਲ ਪਹਿਲਾਂ ਜਨਮ ਲੈਂਦਾ ਤਾਂ ਮੈਨੂੰ ਜ਼ਰੂਰ ਮਿਲਦਾ ਉਹਨਾਂ ਨੂੰ। ਤੇ ਮੇਰੀ ਖੁਸ਼ਨਸੀਬੀ ਹੈ ਮੈਂ ਤੁਹਾਨੂੰ ਮਿਲ ਰਿਹਾ ਅੱਜ। ਤੇ ਤੁਸੀਂ ਉਹਨਾਂ ਬਾਰੇ ਸਾਨੂੰ ਥੋੜਾ ਦੱਸੋ, ਕਿਸ ਤਰ੍ਹਾਂ ਲਿਖਦੇ ਸੀ, ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ, ਉਹ ਪਾਤਰ ਕਿੱਥੋਂ ਲੈ ਕੇ ਆਉਂਦੇ ਸੀ? ਜਿੱਦਾਂ ਪਵਿੱਤਰ ਪਾਪੀ ਦੀ ਗੱਲ ਕਰੀਏ ਤਾਂ ਕਿਦਾਰ ਦਾ ਪਾਤਰ ਜਿਹੜਾ ਉਹਨਾਂ ਨੇ ਘੜਿਆ, ਉਹਦੇ ਤੇ ਫਿਲਮ ਵੀ ਬਣੀ। ਬਲਰਾਜ ਸਾਹਨੀ ਉਹਨਾਂ ਦੇ ਅਜ਼ੀਜ਼ ਮਿੱਤਰ ਸੀ। ਬਲਰਾਜ ਸਾਹਨੀ ਦੇ ਜਿਹੜੀ ਚਿੱਠੀਆਂ ਲਿਖੀਆਂ ਉਹਨਾਂ ਨੂੰ, ਉਹ ਵੀ ਪਬਲਿਸ਼ ਹੋਈਆਂ, ਮੈਂ ਉਹ ਵੀ ਪੜ੍ਹੀਆਂ। ਬਲਰਾਜ ਸਾਹਨੀ ਨੇ ਪਾਪੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਪਾਪੇ। ਮੈਂ ਪੜ੍ਹੀਆਂ ਬਲਰਾਜ ਸਾਹਨੀ ਸਾਹਿਬ ਨੇ ਜਿਹੜੀ ਚਿੱਠੀਆਂ ਲਿਖੀਆਂ ਨਾਨਕ ਸਿੰਘ ਜੀ, ਬੜਾ ਭਰਾਵਾਂ ਵਾਲਾ ਪਿਆਰ ਸੀ। ਉਹ ਵੀ ਜਦੋਂ ਮੁੰਬਈ ਜਾਂਦੇ ਸੀ ਉਹਨਾਂ ਕੋਲ ਰੁਕਦੇ ਸੀ। ਫਿਰ ਪ੍ਰੀਕਸ਼ੀ ਸਾਹਨੀ ਜੀ ਨੇ ਉਸ ਫਿਲਮ 'ਚ ਕੰਮ ਕੀਤਾ, ਉਹ ਸਾਡੇ ਜੀਂਦ ਸ਼ਹਿਰ ਵਿੱਚ ਸ਼ੂਟ ਹੋਈ ਹੈ ਫਿਲਮ ਦੀ ਸ਼ੂਟਿੰਗ। ਜਿਹੜੇ ਗਾਣਾ ਹੈਗਾ ਉਹਦੇ ਤੇ ਜੀਂਦ ਸ਼ਹਿਰ ਵਿੱਚ ਸ਼ੂਟ ਹੋਇਆ ਹੈ। ਤਾਂ ਸਰ, ਤੁਸੀਂ ਸਾਨੂੰ ਨਾਨਕ ਸਿੰਘ ਦੀ ਲਿਖਾਈ ਬਾਰੇ ਦੱਸੋ, ਤੁਹਾਡੇ ਕਿਸ ਤਰ੍ਹਾਂ ਦੇ ਰਿਲੇਸ਼ਨ ਰਹੇ ਨੇ ਉਹਨਾਂ ਨਾਲ, ਸਾਨੂੰ ਉਸ ਬਾਰੇ ਦੱਸੋ। ਦੇਖੋ, ਜਦੋਂ ਅਸੀਂ ਕਾਫੀ ਛੋਟੇ ਸੀ ਜੀ, ਜਦੋਂ ਮੇਰਾ ਜਨਮ ਹੋਇਆ 1959 ਦੇ ਵਿੱਚ, ਅਸੀਂ ਉਦੋਂ ਅੰਮ੍ਰਿਤਸਰ ਦੇ ਸ਼ਹਿਰ ਦੀ ਇੱਕ ਬੜੀ ਛੋਟੀ ਜਿਹੀ ਥਾਂ ਹੈ, ਗਲੀ ਪੰਜਾਬ ਸਿੰਘ, ਦਰਬਾਰ ਸਾਹਿਬ ਦੇ ਉੱਤੇ, ਹਰਮਿੰਦਰ ਸਾਹਿਬ ਦੇ ਨੇੜੇ, ਉੱਥੇ ਮੇਰਾ ਜਨਮ ਹੋਇਆ। ਉਦੋਂ ਸਾਡਾ ਇੱਕ ਜੁਆਇੰਟ ਫੈਮਿਲੀ ਘਰ ਸੀ ਜੀ। ਸੋ ਉਸ ਘਰ ਵਿੱਚ ਬਾਊ ਜੀ ਔਰ ਦਾਦੀ ਜੀ, ਮੇਰੇ ਭਾਬੀ ਜੀ ਕਹੀਦਾ ਸੀ ਉਹਨਾਂ ਨੂੰ, ਉਹ ਸੀ ਜੀ ਸਰ। ਤੇ ਚਾਚਾ ਜੀ ਵੀ ਉੱਥੇ ਹੀ ਸੀ। ਸੋ ਉਸ ਤੋਂ ਥੋੜੀ ਚਿਰ ਬਾਅਦ ਉਹਨਾਂ ਨੇ ਉਹ ਪ੍ਰੀਤਨਗਰ ਸ਼ਿਫਟ ਕਰ ਗਏ ਬਾਊ ਜੀ। ਪਰ ਪ੍ਰੀਤਨਗਰ ਵੀ ਮਸਾਂ ਅੰਮ੍ਰਿਤਸਰ ਤੋਂ 16-17 ਮੀਲ ਦੂਰ ਹੈ। ਸੋ ਜਦੋਂ ਸਬਬ ਹੁੰਦਾ, ਜਾਂ ਉਹਨਾਂ ਨੇ ਸਾਡੇ ਕੋਲ ਆ ਜਾਣਾ ਅੰਮ੍ਰਿਤਸਰ, ਜਾਂ ਅਸੀਂ ਚਲ ਜਾਣਾ ਪ੍ਰੀਤਨਗਰ। ਤੇ ਐਜ਼ ਅ ਚਾਈਲਡ ਜੋ ਮੈਂ ਦੇਖਿਆ ਵਾ, ਕਿਉਂਕਿ ਮੈਂ 12 ਸਾਲ ਦਾ ਸੀ ਜਦੋਂ ਉਹਨਾਂ ਦਾ ਇੰਤਕਾਲ ਹੋਇਆ ਜੀ, ਕਿ ਇੱਕ ਤਾਂ ਸੀ ਕਿ ਬੇਹੱਦ ਸਾਦਗੀ। ਜੇ ਮੇਰੇ ਮਾਈਂਡ 'ਚ ਇੱਕ ਇਮੇਜ ਹੈ, ਉਹ ਹੈ ਕਿ ਹਮੇਸ਼ਾ ਉਹਨਾਂ ਨੇ ਚਿੱਟਾ ਕੁੜਤਾ, ਚਿੱਟੀ ਚੂੜੀਦਾਰ ਪਜਾਮੀ, ਚਿੱਟੀ ਪੱਗ ਬੰਨੀ ਹੋਣੀ। ਹਾਂ, ਔਰ ਕਿਸੇ ਨਾਲ ਮਾੜਾ ਨਹੀਂ ਬੋਲਣਾ, ਕਿਸੇ ਨਾਲ ਉੱਚਾ ਨਹੀਂ ਬੋਲਣਾ, ਕਿਸੇ ਜਿਸ ਤਰ੍ਹਾਂ ਦਾ ਇੱਕ ਐਕਚੁਅਲ ਸੇਂਟਲੀ ਫਿਗਰ ਹੁੰਦੀ ਹੈ, ਜਿਹੜੀ ਕਿ ਪ੍ਰੈਕਟਿਸ ਕਰਦੀ ਹੈ ਆਪਣੇ ਆਪ ਤੇ ਜੀ, ਜੋ ਲੋਕਾਂ ਨੂੰ ਕਹਿ ਰਹੇ ਆ ਜੀ। ਦੂਸਰਾ ਸੀ ਕਿ ਜੋ ਨੈਚੁਰਲ ਸਟੋਰੀ ਟੈਲਰ ਤੇ ਉਹ ਹੈਗੇ ਹੀ ਸੀ। ਸਾਡੇ ਲਈ ਹੁੰਦਾ ਸੀ ਕਿ ਅਸੀਂ ਨਾ ਗਰਮੀਆਂ ਦੀਆਂ ਛੁੱਟੀਆਂ ਸਾਰੇ ਬੱਚੇ, ਕੋਈ ਚਾਚੇ ਦੇ, ਤਾਏ ਦੇ, ਭੂਆ ਦੇ, ਸਾਰਿਆਂ ਨੇ ਉੱਥੇ ਪ੍ਰੀਤਨਗਰ ਪਹੁੰਚ ਜਾਣਾ ਗਰਮੀਆਂ ਦੀਆਂ ਛੁੱਟੀਆਂ 'ਚ। ਔਰ ਕਈ ਵਾਰੀ ਮਹੀਨਾ ਅਸੀਂ ਸਾਰੇ ਬੱਚਿਆਂ ਨੇ ਉੱਥੇ ਗੁਜ਼ਾਰਨਾ। ਔਰ ਦਿਨੇ ਤੇ ਅਸੀਂ ਖੇਡਦੇ ਖੂਡਦੇ ਰਹਿਣਾ। ਸ਼ਾਮ ਦੀ ਜਿਹੜੀ ਰੂਟੀਨ ਸੀ ਸਾਡੀ, ਉਹ ਸੇਕਰੇਡ ਸੀ। ਉਹ ਸੀ ਕਿ ਬਸ ਜਿਸ ਤਰ੍ਹਾਂ ਹੀ ਖਾਣਾ ਖਾ ਕੇ ਵਿਹਲੇ ਹੋਣਾ, ਤਾਂ ਅਸੀਂ ਸਾਰਿਆਂ ਨੇ ਬਾਊ ਜੀ ਦੇ ਦੁਆਲੇ ਹੋ ਜਾਣਾ ਕਿ ਬਾਊ ਜੀ ਬੈਠ ਕੇ ਕਹਾਣੀ ਸੁਣਾਓ ਜੀ। ਔਰ ਉਹਨਾਂ ਨੇ ਔਨ ਦ ਸਪੌਟ ਹੀ ਕੋਈ ਕਹਾਣੀ ਕ੍ਰੀਏਟ ਕਰਨੀ। ਅੱਛਾ ਜੀ, ਓਕੇ। ਔਰ ਔਨ ਦ ਸਪੌਟ ਕਹਾਣੀ, ਮਤਲਬ ਘੰਟਾ, ਡੇਢ ਘੰਟਾ ਸਾਨੂੰ ਸਾਰੇ 7-8-9 ਬੱਚਿਆਂ ਨੂੰ ਸੁਣਾਣੀ। ਮੰਜੇ ਤੇ ਚਾਰਪਾਈ ਤੇ ਬਹਿ ਜਾਣਾ ਸੀ ਉਹਨਾਂ ਦੇ ਆਸ-ਪਾਸ। ਤੇ ਉਸ ਕਹਾਣੀ ਦੇ ਵਿੱਚ ਉਹਨਾਂ ਨੇ ਕਈ ਵਾਰੀ ਚੁਟਕਲੇ ਵੀ ਸੁਣਾ ਦੇਣੇ, ਬੱਚਿਆਂ ਨੂੰ ਹਸਾ ਵੀ ਦੇਣਾ, ਡਰਾ ਵੀ ਦੇਣਾ। ਕਈ ਵਾਰੀ ਜੇ ਕਰੈਕਟਰ ਕੋਈ ਇਹੋ ਜਿਹਾ ਸੀ ਤੇ ਗਾਣਾ ਵੀ ਸੁਣਾ ਦੇਣਾ ਵਿੱਚ।
ਜੀ ਸੋ ਉਹ ਪੂਰਾ ਇੱਕ ਸਟੋਰੀ ਨਹੀਂ ਸੀ ਸੁਣਾਉਂਦੇ, ਉਹਨੂੰ ਇਨੈਕਟ ਵੀ ਕਰਦੇ ਸੀ। ਜੀ ਔਰ ਉਹਨਾਂ ਚੋਂ ਇੱਕ ਥੀਏਟਰ ਵਾਲੀ ਇੱਕ ਸ਼ਖਸੀਅਤ ਸੀ ਜਿਹੜੀ ਕਿ ਮੇਰੇ ਖਿਆਲ ਸਿਰਫ ਸਾਨੂੰ ਸਾਡੇ ਬੱਚਿਆਂ ਦੇ ਸਾਹਮਣੇ ਉਹ ਪ੍ਰਗਟ ਹੁੰਦੀ ਸੀ। ਜੀ ਸੋ ਯੂ نو ਅਸੀਂ ਜਦੋਂ ਗਰੋ ਅਪ ਕਰ ਰਹੇ ਸੀ, ਅਸੀਂ ਕਦੀ ਸੋਚਿਆ ਵੀ ਨਹੀਂ ਕਿ ਸਾਡੇ ਦਾਦਾ ਜੀ ਇੰਨੇ ਮਹਾਨ ਆਦਮੀ ਹੈ, ਮਹਾਨ ਪੁਰਸ਼ ਹੈ। ਅੱਛਾ, ਤੁਹਾਨੂੰ ਫੈਮਿਲੀ ਦੇ ਵਿੱਚ ਤੁਸੀਂ ਕਾਈਂਡ ਆਫ ਟੇਕ ਇਟ ਫॉर ਗ੍ਰਾਂਟਡ ਕਰ ਲੈਂਦੇ ਹੋ ਨਾ, ਕਿ ਓਕੇ ਮੇਰੇ ਲਈ ਤਾਂ ਦਾਦਾ ਜੀ ਹੈ, ਓਕੇ ਰਾਈਟ। ਤੇ ਆਈ ਥਿੰਕ ਜਦੋਂ ਪਹਿਲੀ ਵਾਰੀ ਮੇਰੀ ਰਿਅਲਾਈਜੇਸ਼ਨ ਹੋਈ ਉਹਨਾਂ ਦੇ ਸਟੈਚਰ ਬਾਰੇ, ਜੀ ਜਦੋਂ ਉਹਨਾਂ ਦਾ ਇੰਤਕਾਲ ਹੋਇਆ, ਓਕੇ ਔਰ ਜਿਹੜਾ ਭੋਗ ਸੀ ਉੱਥੇ ਗਿਆਨੀ ਜ਼ੈਲ ਸਿੰਘ ਜੀ ਐਜ਼ ਚੀਫ ਮਿਨਿਸਟਰ ਆਫ ਪੰਜਾਬ ਆਏ, ਹੋਰ ਕਈ ਮੰਤਰੀ ਆਏ, ਬਲਰਾਜ ਸਾਹਨੀ ਜੀ ਤੇ ਆਏ ਹੀ, ਪਰ ਜੀ। ਬਹੁਤ ਲੋਕੀ ਆਏ ਮਤਲਬ। ਔਰ ਜੀ। ਐਜ਼ ਅ ਚਾਈਲਡ ਤੁਸੀਂ ਦੇਖ ਰਹੇ ਸੀ ਕਿ ਹੈ ਇੰਨੇ ਵੱਡੇ ਲੋਕੀ ਆ ਰਹੇ ਆ ਦਾਦਾ ਜੀ ਦੇ ਭੋਗ ਤੇ। ਜੀ ਅੱਛਾ, ਖੈਰ ਉਸ ਤੋਂ ਬਾਅਦ ਵੀ ਤੁਸੀਂ ਆਪਣੀ ਸਕੂਲਿੰਗ ਦੇ ਵਿੱਚ, ਕਾਲਜ ਦੇ ਵਿੱਚ ਬਿਜ਼ੀ ਹੋ ਜਾਂਦੇ ਹੋ। ਅਗੇਨ ਯੂ نو ਮੇਰਾ ਤੇ ਕੋਈ ਪਰਸਨਲੀ ਜ਼ਿਆਦਾ ਧਿਆਨ ਫਰੈਂਕਲੀ ਆਪਣੇ ਵਿਰਾਸਤ ਵੱਲ ਨਹੀਂ ਗਿਆ ਓਕੇ ਜਦੋਂ ਤੱਕ ਮੈਂ ਵਾਸ਼ਿੰਗਟਨ ਨਹੀਂ ਪਹੁੰਚਿਆ, ਕਿਉਂਕਿ ਜਦੋਂ ਮੈਂ ਵਾਸ਼ਿੰਗਟਨ ਪਹੁੰਚਿਆ ਤੇ 1997 ਦੇ ਵਿੱਚ ਉਹਨਾਂ ਦੀ ਸ਼ਤਾਬਦੀ ਮਨਾਈ ਜਾ ਰਹੀ ਸੀ। ਹਾਂਜੀ ਹਾਂਜੀ ਔਰ ਕੋਇਨਸੀਡੈਂਸ ਸੀ ਕਿ ਇੰਦਰ ਗੁਜਰਾਲ ਜੀ ਪ੍ਰਾਈਮ ਮਿਨਿਸਟਰ ਸੀ ਜੀ ਜੀ ਔਰ ਬਾਊਜੀ ਦੇ ਨਾਵਲਾਂ ਦੇ ਉਪਾਸ਼ਕ ਸੀ। ਜੀ ਉਹਨਾਂ ਨੇ ਟਿਕਟ ਵੀ ਉਥੇ ਤੋ ਉਹਨਾਂ ਨੇ ਖਾਸ ਇੱਕ ਐਫਰਟ ਕੀਤਾ ਕਿ ਬਾਊਜੀ ਦੀ ਜਿਹੜੀ ਸੈਂਟਨਰੀ ਹੈ ਉਹਨੂੰ ਚੰਗੀ ਤਰ੍ਹਾਂ ਸੈਲੀਬ੍ਰੇਟ ਕੀਤਾ ਜਾਏ। ਜੀ ਜੀ ਔਰ ਉਹਨਾਂ ਨੇ ਰੇਸਕੋਰਸ ਰੋਡ 7 ਰੇਸਕੋਰਸ ਰੋਡ ਤੇ ਬੜਾ ਅੱਛਾ ਫੰਕਸ਼ਨ ਕੀਤਾ, ਪੋਸਟੇਜ ਸਟੈਂਪ ਰਿਲੀਜ਼ ਕੀਤੀ, ਫਸਟ ਡੇ ਕਵਰ ਰਿਲੀਜ਼ ਕੀਤਾ। ਯੈਸ ਮੇਰੇ ਲਈ ਜਿਹੜੀ ਇੰਟਰਸਟਿੰਗ ਚੀਜ਼ ਸੀ ਕਿ ਅਮਰੀਕਾ ਬੈਠਿਆਂ ਜੀ ਜਿਹੜੀ ਪੰਜਾਬੀ ਕਮਿਊਨਿਟੀ ਉੱਥੇ ਬੈਠੀ ਹੈ, ਜੀ ਭਾਵੇਂ ਫਲੋਰੀਡਾ ਦੇ ਵਿੱਚ ਹੈ, ਭਾਵੇਂ ਸ਼ਿਕਾਗੋ 'ਚ ਹੈ, ਸੈਨ ਫਰਾਂਸਿਸਕੋ 'ਚ ਹੈ, ਨਿਊਯਾਰਕ 'ਚ ਹੈ, ਉਹਨਾਂ ਨੇ ਫੰਕਸ਼ਨਸ ਕਰਨੇ ਸ਼ੁਰੂ ਕਰਤੇ ਬਾਊਜੀ ਦੀ ਸੈਂਟਨਰੀ ਨੂੰ ਸੈਲੀਬ੍ਰੇਟ ਕਰਨ ਲਈ। ਓਕੇ ਅੱਛਾ, ਉੱਥੇ ਕਿਤੇ ਗੱਲ ਫੈਲ ਗਈ ਕਿ ਨਾਨਕ ਸਿੰਘ ਜੀ ਦਾ ਪੋਤਾ ਐਮਬੈਸੀ 'ਚ ਫਸਟ ਸੈਕਟਰੀ ਹੈ। ਜੀ ਸੋ ਮੈਨੂੰ ਵੀ ਇਨਵੀਟੇਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ ਓਕੇ ਟੂ ਕਮ ਐਂਡ ਸਪੀਕ। ਔਰ ਉੱਥੇ ਮੈਂ ਪਹਿਲੀ ਵਾਰੀ ਐਕਸਪੀਰੀਅੰਸ ਕੀਤਾ ਕਿ ਖਾਸ ਕਰਕੇ ਜਿਹੜੀਆਂ ਕੁਝ ਬਜ਼ੁਰਗ ਔਰਤਾਂ ਸੀ, ਜੀ ਉਹਨਾਂ ਨੇ ਕਹਿਣਾ ਕਿ ਬੇਟਾ ਅਸੀਂ ਤਾਂ ਪੰਜਾਬੀ ਸਿੱਖੀ ਉਹਨਾਂ ਦੇ ਨਾਵਲ ਪੜ੍ਹ ਕੇ, ਇਹ ਬਿਲਕੁਲ ਸਹੀ ਗੱਲ ਹੈ ਜੀ, ਇਹ ਬਿਲਕੁਲ। ਔਰ ਕਈਆਂ ਨੇ ਕਹਿਣਾ ਕਿ ਅਸੀਂ ਪੰਜਾਬੀ ਸਿੱਖੀ ਉਹਨਾਂ ਦੇ ਨਾਵਲ ਪੜ੍ਹਨ ਵਾਸਤੇ। ਪੜ੍ਹਨ ਵਾਸਤੇ, ਹਾਂਜੀ, ਇਹ ਮੈਂ ਦੋ ਗੱਲਾਂ ਸੁਣੀਆਂ ਨੇ ਜੀ, ਇਹ ਸਹੀ ਗੱਲ ਹੈ ਜੀ। ਹਾਂ, ਕਹਿੰਦੇ ਪੰਜਾਬੀ ਲੋਕ ਸਿੱਖੀ ਉਹਨਾਂ ਪੜ੍ਹਨ ਵਾਸਤੇ ਜੀ। ਸੋ ਉਹ ਬੜਾ ਸਾਡੇ ਤੇ ਅਸਰ ਹੋਇਆ ਕਿ ਇੰਨੀ ਉਹਨਾਂ ਦੀ ਫੋਲੋਇੰਗ ਹੈ ਜੀ ਬਾਹਰ ਅਮਰੀਕਾ ਦੇ ਵਿੱਚ ਬੈਠਿਆਂ ਵੀ। ਔਰ ਉਹ ਲੇਟਰ ਔਨ ਮੈਂ ਉਹੀ ਚੀਜ਼ ਯੂਕੇ 'ਚ ਐਕਸਪੀਰੀਅੰਸ ਕੀਤੀ, ਉਹੀ ਚੀਜ਼ ਮੈਂ ਆਸਟ੍ਰੇਲੀਆ ਵਿੱਚ ਵੀ ਦੇਖੀ। ਓਕੇ ਕਿ ਆਸਟ੍ਰੇਲੀਆ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵਾਂ ਕਿ ਮੈਲਬਰਨ ਦੇ ਵਿੱਚ ਇੱਕ ਗੁਰਦੁਆਰਾ ਹੈ, ਮੈਂ ਨਾਂ ਨਹੀਂ ਲਾਂਗਾ, ਓਕੇ ਉਹਦੀ ਰੈਪੂਟੇਸ਼ਨ ਹੈ ਕਿ ਉੱਥੇ ਥੋੜੇ ਐਕਸਟ੍ਰੀਮਿਸਟ ਐਲੀਮੈਂਟਸ ਹੈ। ਓਕੇ ਅੱਛਾ, ਮੈਂ ਐਜ਼ ਹਾਈ ਕਮਿਸ਼ਨਰ ਗਿਆ ਤੇ ਲੋਕੀ ਡਰਦੇ ਵੀ ਸੀ ਕਿ ਤੁਸੀਂ ਕਿਉਂ ਜਾ ਰਹੇ ਹੋ ਇੱਥੇ, ਥੋੜੇ ਯੂ نو ਗਲਤ ਤਬਕਾ ਵੀ ਹੈਗਾ ਵਾ ਤੇ ਕੋਈ ਇਨਸਲਟ ਵਗੈਰਾ ਨਾ ਹੋ ਜਾਏ। ਓਕੇ ਖੈਰ ਉਹਨਾਂ ਨੇ ਬੈਠੇ ਚਾਹ ਚੂ ਪੀਤੀ, ਉਹਨਾਂ ਨੇ ਜਿਹੜੇ ਆਪਣੀਆਂ ਡਾਊਟਸ ਕਲੀਅਰ ਕਰਨੇ ਸੀ ਕੀਤੇ। ਉਸ ਤੋਂ ਬਾਅਦ ਉਹਨਾਂ ਦੇ ਦੋ ਬੰਦੇ, ਜੋ ਮੈਂ ਜਾਣ ਦਾ ਟਾਈਮ ਆਇਆ, ਕਹਿੰਦੇ ਨਹੀਂ ਹਾਲੇ ਨਹੀਂ ਜਾਣਾ ਤੁਸੀਂ, ਆਓ ਤੁਹਾਨੂੰ ਜ਼ਰਾ ਅਸੀਂ ਆਪਣਾ ਗੁਰਦੁਆਰਾ ਦਿਖਾਈਏ। ਓਕੇ ਔਰ ਉਹਨਾਂ ਨੇ ਮੈਨੂੰ ਆਪਣੀ ਲਾਇਬ੍ਰੇਰੀ ਲੈ ਗਏ। ਉੱਥੇ ਉਹਨਾਂ ਨੇ ਦਿਖਾਇਆ ਕਿ ਇੱਕ ਪੂਰਾ ਸ਼ੈਲਫ ਸੀ ਜਿੱਥੇ ਸਿਰਫ ਬਾਊਜੀ ਦੇ ਨਾਮ ਸੀ। ਓਕੇ ਮੈਲਬਰਨ ਦੀ ਗੁਰਦੁਆਰਾ ਦੀ ਲਾਇਬ੍ਰੇਰੀ। ਸੋ ਉੱਥੋਂ ਤੁਸੀਂ ਇੱਕ ਅੰਡਰਸਟੈਂਡ ਕਰਦੇ ਹੋ ਕਿ ਉਹਨਾਂ ਦੀ ਜਿਹੜੀ ਬਾਹਰ ਦੇ ਮੁਲਕਾਂ ਵਿੱਚ ਵੀ ਪੰਜਾਬੀ ਡਾਇਸਪੋਰਾ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਪਪੂਲੈਰਿਟੀ ਹੈ। ਜੀ ਔਰ ਹੁਣ ਮੈਂ ਪੋਸਟ ਰਿਟਾਇਰਮੈਂਟ ਇੱਕ ਬੀੜਾ ਚੁੱਕਿਆ ਹੋਇਆ ਜਿਹੜਾ ਕਿ ਆਈ ਵਾਂਟ ਟੂ ਸ਼ੇਅਰ ਵਿਦ ਯੂ। ਅਸੀਂ ਫੀਲ ਕਰਦੇ ਹਾਂ ਕਿ ਬੇਸਿਕਲੀ ਮੈਂ, ਮੇਰੀ ਵਾਈਫ ਔਰ ਮੇਰੇ ਚਾਚਾ ਜੀ ਕੁਲਵੀਰ ਸਿੰਘ ਸੂਰੀ, ਅਸੀਂ ਤਿੰਨ ਆ ਜਿਹੜੇ ਕਿ ਥੋੜੇ ਐਕਟਿਵ ਇਹਦੇ 'ਚ ਰੋਲ ਪਲੇ ਕਰ ਰਹੇ ਹਾਂ ਕਿ ਬਾਊਜੀ ਦੀ ਜਿਹੜੀ ਵਿਰਾਸਤ ਹੈ ਉਹ ਸਾਡੀ ਫੈਮਿਲੀ ਦੀ ਨਹੀਂ ਹੈ ਜੀ, ਉਹ ਸਾਰੀ ਪੰਜਾਬੀ ਸੁਸਾਇਟੀ ਦੀ, ਕਮਿਊਨਿਟੀ ਦੀ ਹੈ। ਜੀ ਜੀ ਬਿਲਕੁਲ। ਇਟ ਇਜ਼ ਕਲਚਰਲ ਹੈਰੀਟੇਜ। ਜੀ ਔਰ ਮੈਂ ਬਾਹਰ ਦੇ ਮੁਲਕਾਂ 'ਚ ਦੇਖਿਆ ਹੋਇਆ, ਭਾਵੇਂ ਯੂਕੇ ਦੇ ਵਿੱਚ ਹੈ, ਤੁਸੀਂ ਜਾਣਦੇ ਹੋ, ਦੇਖਦੇ ਹੋ ਕਿ ਉਹਨਾਂ ਕਿਸ ਤਰ੍ਹਾਂ ਸੋਹਣੇ ਤਰੀਕੇ ਕਿ ਇੱਥੇ ਚਾਰਲਸ ਡਿਕਨ ਦਾ, ਇੱਥੇ ਵਿਲੀਅਮ ਸ਼ੇਕਸਪੀਅਰ ਦਾ, ਇੱਥੇ ਫਲਾਣੇ ਦਾ, ਇੱਥੇ ਫਲਾਣੇ ਦਾ। ਜੀ ਜੀ ਸੋ ਅਸੀਂ ਉਹਨੂੰ ਸੰਭਾਲਣ ਲਈ ਵਿਰਾਸਤ ਨੂੰ 2 ਸਾਲ 2.5 ਸਾਲ ਪਹਿਲਾਂ ਅਸੀਂ ਇੱਕ ਫਾਊਂਡੇਸ਼ਨ ਬਣਾਈ। ਓਕੇ ਉਹਨੂੰ ਦਾ ਨਾਮ ਹੈ ਸਦਾ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ। ਓਕੇ
ਔਰ ਉਹਦੇ ਵਿੱਚ ਅਸੀਂ ਆਪਣੇ ਲਈ ਇਮੀਡੀਏਟਲੀ 4 ਆਬਜੈਕਟਿਵਸ ਰੱਖੇ। ਓਕੇ ਪਹਿਲਾ ਸੀ ਕਿ ਸਾਡੇ ਕੋਲ ਫੈਮਿਲੀ ਦੇ ਵਿੱਚ ਬਾਊ ਜੀ ਦੀਆਂ ਬਹੁਤ ਸਾਰੀਆਂ ਹੱਥ ਲਿਖਤ ਚੀਜ਼ਾਂ ਪਈਆਂ ਹੋਈਆਂ। ਜੀ ਹੁਣ ਜੇ ਇੱਕ ਮਿਆਂ ਦੋ ਤਲਵਾਰਾਂ ਜੀ ਜਿਹਦੇ ਸਾਹਿਤ ਅਕੈਡਮੀ ਅਵਾਰਡ ਨਾਮ ਮਿਲਿਆ, ਉਹ 96 ਪੂਰਾ ਤੁਹਾਡੇ ਕੋਲ ਮੈਨੂਸਕ੍ਰਿਪਟ ਪਿਆ ਹੋਇਆ। ਓਕੇ ਹੁਣ ਉਹਨੂੰ ਕੌਣ ਸੰਭਾਲੇਗਾ? ਜੀ ਸੋ ਅਸੀਂ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ, ਓਕੇ ਔਰ ਯੂਨੀਵਰਸਿਟੀ ਨੇ ਮੈਨੂੰ ਬੜੀ ਖੁਸ਼ੀ ਹੈ ਕਹਿਣ ਦੀ ਕਿ ਉਹਨਾਂ ਨੇ ਸਾਨੂੰ ਯੂਨੀਵਰਸਿਟੀ ਲਾਇਬ੍ਰੇਰੀ ਦੇ 3rd ਫਲੋਰ ਤੇ ਜਗ੍ਹਾ ਦੇ ਦਿੱਤੀ ਕਿ ਇੱਥੇ ਇੱਕ ਨਾਨਕ ਸਿੰਘ ਸੈਂਟਰ ਬਣਾ ਲਓ, ਓਕੇ ਔਰ ਉੱਥੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਸੰਭਾਲੀਆਂ ਜਾਣਗੀਆਂ ਫॉर ਫਿਊਚਰ ਜਨਰੇਸ਼ਨਸ। ਰਾਈਟ ਕਿ ਜੇ ਅੱਜ ਤੋਂ 50 ਸਾਲ ਬਾਅਦ 100 ਸਾਲ ਬਾਅਦ ਵੀ ਕੋਈ ਰਿਸਰਚ ਕਰਨਾ ਚਾਹੁੰਦਾ ਹੈ ਤੇ ਮਟੀਰੀਅਲ ਅਵੇਲੇਬਲ ਹੋਏਗਾ। ਜੀ ਸਰ ਹੁਣ ਸਤਿਗੁਰ ਮਹਿਮਾ ਦੀ ਫਸਟ ਐਡੀਸ਼ਨ ਜੀ ਜਿਹੜੀ 1916 ਚ ਛਪੀ ਹੈ, ਜੀ ਸ਼ਾਇਦ ਕਦੀ ਅਸੀਂ ਵੈਲਿਊ ਉਹਨਾਂ ਚੀਜ਼ਾਂ ਦੀ ਸਮਝਾਂਗੇ। ਜੀ ਸੋ ਉਹ ਅਸੀਂ ਨਾ ਸਾਰੀਆਂ ਆਪਣੀ ਫੈਮਿਲੀ ਚ ਜਿਹੜੀਆਂ ਖਿਲ ਰਹੀਆਂ ਸੀ ਚੀਜ਼ਾਂ ਉਹ ਇਕੱਠੀਆਂ ਕਰਕੇ, ਜੀ ਤੇ ਮੈਨੂੰ ਉਮੀਦ ਹੈ ਕਿ 15 ਸਤੰਬਰ ਦੇ ਆਸ-ਪਾਸ ਉਸ ਸੈਂਟਰ ਦੀ ਇਨੋਗ੍ਰੇਸ਼ਨ ਹੋ ਜਾਏਗੀ। ਓਕੇ ਓਕੇ ਹਾਂ, ਤਾਂ ਉਹਦੇ ਕਾਫੀ ਕੰਮ ਚੱਲ ਰਿਹਾ ਹੈ। ਉਹਦੇ ਨਾਲ ਹੀ ਨਾਲ ਸਾਡੀ ਕੋਸ਼ਿਸ਼ ਹੈ ਕਿ ਇੱਕ ਵਰਚੁਅਲ ਸੈਂਟਰ ਐਸਟੈਬਲਿਸ਼ ਕਰ ਦਈਏ, ਓਕੇ ਸੋ ਦੈਟ ਹੈਰਾਨੀ ਦੀ ਗੱਲ ਹੈ ਕਿ ਬਾਊ ਜੀ 4ਥੀ ਜਮਾਤ ਤੋਂ ਬਾਅਦ ਨਹੀਂ ਸੀ ਪੜ੍ਹੇ, ਹਾਂਜੀ ਪਰ ਅੱਜ 100 ਤੋਂ ਉੱਪਰ ਡੈਜ਼ਰਟੇਸ਼ਨਸ ਹੈ ਉਹਨਾਂ ਦੇ ਕੰਮ ਤੇ, ਜੀ ਜਿਹੜੀਆਂ ਕਿ ਜੰਮੂ ਯੂਨੀਵਰਸਿਟੀ ਤੋਂ ਲੈ ਕੇ ਦਿੱਲੀ ਯੂਨੀਵਰਸਿਟੀ ਤੱਕ ਯੂ ਕੈਨ ਫਾਈਂਡ। ਜੀ ਉਹ ਅਸੀਂ ਸਾਰਾ ਮਟੀਰੀਅਲ ਜੋ ਵੀ ਉਹਨਾਂ ਦੇ ਬਾਰੇ ਲਿਖਿਆ ਗਿਆ ਹੈ ਜੀ ਜਾਂ ਉਹਨਾਂ ਦੇ ਕੰਮ ਦੇ ਬਾਰੇ ਲਿਖਿਆ ਗਿਆ ਹੈ, ਉਹਨੂੰ ਇੱਕ ਥਾਂ ਤੇ ਇਕੱਠਾ ਕਰੀਏ, ਓਕੇ ਉਹਨੂੰ ਡਿਜੀਟਾਈਜ਼ ਕਰੀਏ, ਜੀ ਉਹਨੂੰ ਸ਼ੇਅਰ ਕਰੀਏ। ਜੀ ਤੀਸਰਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਬਲਰਾਜ ਸਾਹਨੀ ਦੀਆਂ ਚਿੱਠੀਆਂ ਹੈ, ਜੀ ਉਹਨਾਂ ਨੂੰ ਸਕੈਨ ਕਰਕੇ ਡਿਜੀਟਾਈਜ਼ ਕਰਕੇ ਇੱਕ ਰਿਸੋਰਸ ਬਣਾਈਏ। ਸੋ ਮੇਰਾ ਇੱਕ ਐਂਬੀਸ਼ਨ ਹੈ ਕਿ ਇੱਕ ਵਰਚੁਅਲ ਰਿਸੋਰਸ ਸੈਂਟਰ ਬਣ ਜਾਏ, ਜੀ ਸੋ ਦੈਟ ਕੋਈ ਸੱਜਣ ਭਾਵੇਂ ਟੋਰਾਂਟੋ ਬੈਠਾ ਹੈ, ਵੈਨਕੂਵਰ ਬੈਠਾ ਹੈ, ਬਰਮਿੰਘਮ ਬੈਠਾ ਹੈ, ਜੀ ਉਹ ਜੇ ਬਾਊ ਜੀ ਬਾਰੇ ਸਟੱਡੀ ਕਰਨਾ ਚਾਹੁੰਦਾ ਹੈ ਤੇ ਉਹਨੂੰ ਬਹੁਤੀ ਖੇਚਲ ਨਾ ਕਰਨੀ ਪਏ, ਉਹਨੂੰ ਇੱਕ ਥਾਂ ਤੇ ਸਾਰਾ ਮਟੀਰੀਅਲ ਤੇ ਮਿਲ ਜੀ ਮਿਲ ਜਾਏ। ਸੋ ਇਹ ਸਾਡਾ ਕੰਮ ਜਿਹੜਾ ਚੱਲ ਰਿਹਾ ਹੈ। ਜੀ ਸਰ, ਇੱਕ ਮੈਂ ਤੁਹਾਨੂੰ ਪੁੱਛਣਾ ਚਾਹਨਾ, ਮੈਂ ਜਿੰਨਾ ਨਾਨਕ ਸਿੰਘ ਜੀ ਬਾਰੇ ਪੜ੍ਹਿਆ, ਜਿੱਦਾਂ ਖੂਨੀ ਵਿਸਾਖੀ, ਉਹ ਜਿਹੜਾ 1919 ਵਾਲੀ ਘਟਨਾ ਸੀ ਜਲਿਆਂਵਾਲੇ ਬਾਗ ਦੀ, ਉਹ ਉੱਥੇ ਪ੍ਰੈਜ਼ੈਂਟ ਸੀਗੇ? ਨਾਨਕ ਸਿੰਘ ਜੀ ਖੁਦ ਪ੍ਰੈਜ਼ੈਂਟ ਸੀ? ਕਿਉਂਕਿ ਕਈ ਥਾਂ ਤੇ ਕਿ ਉਹਨਾਂ ਦੇ ਪ੍ਰੈਜ਼ੈਂਟ ਸੀ, ਉਹਨਾਂ ਦੇ 2 ਦੋਸਤਾਂ ਦੀ ਡੈਥ ਵੀ ਹੋਈ ਸੀ ਉੱਥੇ, ਉਹਨਾਂ ਨੇ ਸਾਰਾ ਖੁਦ ਦੇਖਿਆ। ਇਹਨਾਂ ਗੱਲਾਂ ਅਸੀਂ ਸਾਰੀਆਂ ਸੁਣੀਆਂ ਆਪਣੇ ਦਾਦੀ ਜੀ ਕੋਲੋਂ। ਅੱਛਾ ਜੀ। ਕਿਉਂਕਿ ਬਾਊ ਜੀ ਖੁਦ ਇੰਨੇ ਟਰਾਮੇਟਾਈਜ਼ਡ ਸੀ ਜੀ ਉਸ ਹਾਦਸੇ ਤੋਂ ਬਾਅਦ ਕਿ ਉਹਨਾਂ ਨੇ ਕਿਸੇ ਨਾਲ ਕੋਈ ਬਹੁਤੀ ਗੱਲ ਨਹੀਂ ਕੀਤੀ, ਨਾ ਹੀ ਉਹਨਾਂ ਨੇ ਕਦੀ ਲਿਖਿਆ। ਔਰ ਮੈਂ ਜਦੋਂ ਖੂਨੀ ਵਿਸਾਖੀ ਦੀ ਟ੍ਰਾਂਸਲੇਟ ਕਰ ਰਿਹਾ ਸੀ ਤੇ ਮੈਂ ਪੜ੍ਹਿਆ ਹੋਇਆ ਕਿ ਕਈ ਵਾਰੀ ਲੋਕੀ ਸਦਮੇ ਦੇ ਅੰਦਰ ਚੁੱਪ ਹੋ ਜਾਂਦੇ ਆ ਜੀ ਉਹਦੇ ਇਫੈਕਟ ਦੇ ਅੰਦਰ। ਜੀ ਸੋ ਪਰ ਜੋ ਗੱਲਾਂ ਅਸੀਂ ਦਾਦੀ ਜੀ ਕੋਲੋਂ ਸੁਣੀਆਂ ਸੀ ਕਿ ਬਾਊ ਜੀ 2 ਦੋਸਤਾਂ ਨਾਲ ਗਏ ਸੀ ਉੱਥੇ ਜਲਿਆਂਵਾਲੇ ਬਾਗ, ਜੀ ਜਦੋਂ ਫਾਇਰਿੰਗ ਹੋਈ ਦੋਵੇਂ ਹੀ ਸ਼ਹੀਦ ਹੋ ਗਏ। ਜੀ ਬਾਊ ਜੀ ਖੁਦ ਜਦੋਂ ਭੱਜ ਦੌੜ ਮਚੀ ਤਾਂ ਡਿੱਗ ਪਏ, ਸੱਟ ਲੱਗੀ ਉਹਨਾਂ ਦੇ ਕੰਨ ਤੇ, ਔਰ ਉਹ ਉਹਨਾਂ ਦਾ ਜਿਹੜੀ ਸੱਟ ਲੱਗੀ ਫॉर द ਰੈਸਟ ਆਫ ਹਿਸ ਲਾਈਫ ਉਹਨਾਂ ਦੇ ਸੱਜੇ ਕੰਨ ਦੇ ਵਿੱਚ ਹੀਅਰਿੰਗ ਘੱਟ ਸੀ, ਔਰ ਉਹ ਹੀਅਰਿੰਗ ਸ਼ੁਰੂ ਤੋਂ ਹੀ ਕਾਫੀ ਸਾਲਾਂ ਤੋਂ ਲਗਾ ਰਹੇ ਸੀ। ਓਕੇ ਔਰ ਉੱਥੋਂ ਉਹ ਬਚ ਕੇ ਜਦੋਂ ਨਿਕਲੇ, ਜੀ ਉਸ ਤੋਂ ਬਾਅਦ ਕੁਝ ਰਿਕਵਰ ਕਰਨ ਤੋਂ ਬਾਅਦ ਉਹਨਾਂ ਨੇ ਖੂਨੀ ਵਿਸਾਖੀ ਪੋਇਮ ਲਿਖੀ। ਸੋ ਜੋ ਅਸੀਂ ਜਾਣਦੇ ਹਾਂ ਕਿ ਪਹਿਲੀ ਵਾਰੀ ਇਹ ਮਈ 1920 ਵਿੱਚ ਛਪੀ, ਜੀ ਔਰ ਨਾਲ ਹੀ ਉਹਨੂੰ ਬੈਨ ਕਰਤਾ ਗਿਆ ਔਰ ਕਨਫਿਸਕੇਟ ਕਰ ਲਿਆ ਗਿਆ। ਜੀ ਔਰ ਉਸ ਤੋਂ ਬਾਅਦ ਕੋਈ ਜ਼ਿਕਰ ਨਹੀਂ ਖੂਨੀ ਵਿਸਾਖੀ ਦਾ ਕਿਸੇ ਥਾਂ ਤੇ। ਜੀ 1949 ਵਿੱਚ ਬਾਊ ਜੀ ਨੇ ਜਦੋਂ ਆਪਣੀ ਆਟੋਬਾਇਓਗ੍ਰਾਫੀ ਲਿਖੀ ਮੇਰੀ ਦੁਨੀਆ, ਜੀ ਉਹਦੇ ਵਿੱਚ ਉਹਨਾਂ ਨੇ ਇੱਕ ਥਾਂ ਤੇ ਜ਼ਿਕਰ ਕੀਤਾ ਖੂਨੀ ਵਿਸਾਖੀ ਬਾਰੇ। ਜੀ ਅਦਰਵਾਈਜ਼ देयर इज नो ਰਿਕਾਰਡ। ਜੀ ਪਰ ਮੇਰੇ ਫਾਦਰ ਜਿਹੜੇ ਕਿ ਖੁਦ ਪੰਜਾਬੀ ਦੇ ਇੰਪੋਰਟੈਂਟ ਪਬਲਿਸ਼ਰ ਰਹੇ ਆ, ਜੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਹਾਸਲ ਕੀਤੀ ਜਾਏ। ਉਹਨਾਂ ਨੇ ਗਿਆਨੀ ਜ਼ੈਲ ਸਿੰਘ ਜੀ ਨੂੰ ਜਦੋਂ ਹੋਮ ਮਿਨਿਸਟਰ ਸੀ ਚਿੱਠੀਆਂ ਲਿਖੀਆਂ ਓਕੇ ਕਿ ਤੁਸੀਂ ਪਤਾ ਕਰਕੇ ਦਿਓ ਮੈਨੂੰ, ਤੁਹਾਡੇ ਆਰਕਾਈਵ 'ਚ ਕਿਤੇ ਨਾ ਕਿਤੇ ਹੋਏਗੀ। ਓਕੇ ਪਰ ਇੰਟਰਸਟਿੰਗ ਗੱਲ ਹੈ ਕਿ ਇੱਕ ਕਾਪੀ ਕਿਸੇ ਦੇ ਬੋਰੀ ਦੇ ਵਿੱਚ ਪਈ ਸੀ। ਇੱਕ ਡਾਕਟਰ ਕਿਸ਼ਨ ਗੁਪਤਾ ਹੈਗੇ ਆ ਉੱਥੇ ਅੰਮ੍ਰਿਤਸਰ, ਉਹਨਾਂ ਦੇ ਦਾਦੇ ਦੇ ਕੋਲੋਂ ਉਹਨਾਂ ਨੂੰ ਕੁਝ ਜਦੋਂ ਘਰ ਉਹਨਾਂ ਨੇ ਸ਼ਿਫਟ ਕੀਤਾ
ਤੇ ਉਹਨਾਂ ਨੂੰ ਕੁਝ ਬੋਰੀਆਂ ਮਿਲੀਆਂ, ਉਹਦੇ ਚ ਪੁਰਾਣੇ ਪਰਚੇ ਪਏ ਸੀ। ਓਕੇ ਜੀ। ਔਰ ਡਾਕਟਰ ਗੁਪਤਾ ਸਬਬ ਸੀ ਕਿ ਡੀਏਵੀ ਕਾਲਜ ਅੰਮ੍ਰਿਤਸਰ ਦੇ ਵਿੱਚ ਪੰਜਾਬੀ ਦੇ ਲੈਕਚਰਰ ਸੀ। ਓਕੇ ਜੀ। ਉਹਨਾਂ ਨੇ ਦੇਖਿਆ ਕਿ ਇਹ ਕਿਹੜੀ ਹੈ ਨਾਨਕ ਸਿੰਘ ਦੀ ਕਵਿਤਾ, ਇਹਦੇ ਤੇ ਬਾਰੇ ਕਦੀ ਮੈਂ ਸੁਣਿਆ ਨਹੀਂ ਹੈ। ਅੱਛਾ ਜੀ। ਔਰ ਉਹਨਾਂ ਨੇ ਜਾਗ੍ਰਿਤੀ ਮੈਗਜ਼ੀਨ ਦੇ ਵਿੱਚ ਇੱਕ ਲੇਖ ਲਿਖਿਆ ਓਕੇ ਜੀ। ਕਿ ਨਾਨਕ ਸਿੰਘ ਐਜ਼ ਅ ਪੋਇਟ। ਓਕੇ ਜੀ। ਔਰ ਖੂਨੀ ਵਿਸਾਖੀ 'ਚ ਉਹਨਾਂ ਨੇ ਐਕਸਰਪਟਸ ਉੱਥੇ ਛਾਪੇ। ਜੀ। ਔਰ ਮੇਰੇ ਫਾਦਰ ਜਾਗ੍ਰਿਤੀ ਦੇ ਰੈਗੂਲਰ ਰੀਡਰ ਸੀ। ਉਹਨਾਂ ਨੇ ਜਦੋਂ ਆਰਟੀਕਲ ਪੜ੍ਹਿਆ ਤਾਂ ਉਹਦਾ ਹੱਕੇ ਬੱਕੇ ਰਹਿ ਗਏ ਕਿ ਇਹ ਖੂਨੀ ਵਿਸਾਖੀ ਇਹ ਡਾਕਟਰ ਗੁਪਤਾ ਕੋਲ ਕਿੱਥੋਂ ਆਈ। ਓਕੇ। ਉਹਨਾਂ ਨੇ ਜਾਗ੍ਰਿਤੀ ਦੇ ਐਡੀਟਰ ਨੂੰ ਫੋਨ ਕੀਤਾ ਜੀ। ਔਰ ਪੁੱਛਿਆ ਕਿ ਇਹ ਕੌਣ ਹੈ ਡਾਕਟਰ ਗੁਪਤਾ, ਔਰ ਮੈਨੂੰ ਇਹਨਾਂ ਦਾ ਨੰਬਰ ਦਿਓ। ਜੀ। ਸੋ ਉਹ ਲੈ ਕੇ ਡਿਟੇਲ ਮੇਰੇ ਫਾਦਰ ਔਰ ਮਦਰ ਡਾਕਟਰ ਗੁਪਤਾ ਦੇ ਘਰ ਪਹੁੰਚ ਗਏ ਸ਼ਹਿਰ ਚ ਅੰਮ੍ਰਿਤਸਰ। ਜੀ। ਔਰ ਉਹਨਾਂ ਕੋਲੋਂ ਪਤਾ ਲੱਗਾ। ਸੋ 1980 ਦੇ ਵਿੱਚ 60 ਸਾਲ ਬਾਅਦ ਜੀ ਪਹਿਲੀ ਵਾਰੀ ਰੀਪਬਲਿਸ਼ ਹੋਈ ਖੂਨੀ ਵਿਸਾਖੀ। ਜੀ। ਔਰ ਉਹਦੇ ਵਿੱਚ ਡਾਕਟਰ ਗੁਪਤਾ ਨੇ ਫੋਰਵਰਡ ਲਿਖਿਆ। ਓਕੇ। ਸੋ ਇਟਸ ਅ ਸਟੋਰੀ ਵਿਦਿਨ ਅ ਸਟੋਰੀ। ਜੀ ਜੀ ਜੀ। ਤੁਸੀਂ ਸਰ ਜਿੱਦਾਂ ਉਹਨਾਂ ਦੀ ਗੱਲ ਕੀਤੀ ਨਾਨਕ ਸਿੰਘ ਜੀ ਦੀ, ਉਹਨਾਂ ਦੀ ਨਾਨਕ ਸਿੰਘ ਜੀ ਦੀ ਫਿਲਮ ਵੀ ਬਣੀ ਪਵਿੱਤਰ ਪਾਪੀ, ਜਿੱਦਾਂ ਆਪਾਂ ਗੱਲ ਕਰ ਰਹੇ ਸੀ। ਜੀਂਦ ਵਿੱਚ ਉਹਨਾਂ ਦੀ ਸ਼ੂਟਿੰਗ ਹੋਈ, ਪ੍ਰੀਕਸ਼ਿਤ ਸਾਨੀ ਉਹਦੇ ਵਿੱਚ ਹੀਰੋ ਸੀਗੇ, ਬਲਰਾਜ ਸਾਨੀ ਬੜੇ ਕਲੋਜ਼ ਰਿਲੇਸ਼ਨ ਸੀਗੇ। ਤੇ ਉਸ ਤੋਂ ਇਲਾਵਾ ਕੋਈ ਹੋਰ ਵੀ ਅੱਗੇ ਅਸੀਂ ਦੇਖ ਸਕਦੇ ਹਾਂ ਮੂਵੀ ਕੋਈ ਆਏਗੀ ਉਹਨਾਂ ਦੀ ਜੀਵਨੀ ਦੇ ਉੱਤੇ, ਕਿਉਂਕਿ ਹੁਣ ਵੀ ਪੰਜਾਬੀ ਫਿਲਮਾਂ ਕਾਫੀ ਬਣ ਰਹੀਆਂ ਨੇ, ਵਿੱਚ ਕਾਫੀ ਅੱਛੀਆਂ ਮੂਵੀਜ਼ ਆਈਆਂ ਨੇ, ਕੰਟੈਂਟ ਵੀ ਜੇ ਤੁਸੀਂ ਕੋਈ ਚੰਗੇ ਪ੍ਰੋਡਿਊਸਰ ਨੂੰ ਜਾਣਦੇ ਹੋ ਤਾਂ ਮੈਨੂੰ ਦੱਸੋ। ਮੈਂ ਫੀਲ ਕਰਦਾ ਕਿ ਇਹ ਜਿਹੜੀਆਂ 2 ਕਿਤਾਬਾਂ ਮੈਂ ਹੁਣ ਟਰਾਂਸਲੇਟ ਕਰ ਰਿਹਾ ਵਾਂ ਜੀ, ਖੂਨ ਦੇ ਸ਼ੋਲੇ ਔਰ ਅੱਗ ਦੀ ਖੇਡ, ਇਹਨਾਂ ਦੀ ਜਿਹੜੀ ਸਟੋਰੀ ਹੈ ਬਹੁਤ ਹੀ ਪਾਵਰਫੁਲ ਸਟੋਰੀ ਹੈ ਔਰ ਇਟ ਕੈਨ ਬੀ ਅ ਵੰਡਰਫੁਲ ਫਿਲਮ। ਪਰ ਪਿੱਛੇ ਜਦੋਂ ਅਸੀਂ ਬਾਊ ਜੀ ਦੇ ਨਾਨਕ ਸਿੰਘ ਸੈਂਟਰ ਬਣਾ ਰਹੇ ਹਾਂ ਜਿਹੜਾ, ਉਹਦੇ ਲਈ ਜਦੋਂ ਅਸੀਂ ਮਟੀਰੀਅਲ ਇਕੱਠਾ ਕਰ ਰਹੇ ਸੀ ਤੇ ਮੈਂ ਪੜ੍ਹੀਆਂ ਚਿੱਠੀਆਂ ਬਲਰਾਜ ਸਾਨੀ ਜੀ ਦੀਆਂ, ਤੇ ਉੱਥੋਂ ਮੈਨੂੰ ਬੈਕ ਸਟੋਰੀ ਪਤਾ ਲੱਗੀ ਕਿ ਕਿਸ ਤਰ੍ਹਾਂ ਬਲਰਾਜ ਜੀ ਨੇ ਰਜਿੰਦਰ ਭਾਟੀਆ ਦੇ ਨਾਲ ਗੱਲਬਾਤ ਕੀਤੀ ਕਿ ਇਹ ਬੜੀ ਅੱਛੀ ਸਟੋਰੀ ਹੈ ਫਿਲਮ ਬਣਾਉਣ ਲਈ ਜੀ। ਔਰ ਕਿਸ ਤਰ੍ਹਾਂ ਬਲਰਾਜ ਜੀ ਖੁਦ ਉਹਨੂੰ ਪੁਸ਼ ਕਰ ਰਹੇ ਸੀ। ਔਰ ਮੈਨੂੰ ਐਜ਼ ਅ ਚਾਈਲਡ ਯਾਦ ਹੈ ਕਿ ਕਾਫੀ ਸਾਰੀਆਂ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਸੀ ਉਹ ਸਾਡੇ ਘਰ ਵਿੱਚ ਅੰਮ੍ਰਿਤਸਰ ਹੁੰਦੀਆਂ ਸੀ। ਔਰ ਬਲਰਾਜ ਜੀ ਸਾਡੇ ਕੋਲ ਆ ਕੇ ਰਹਿੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਬਾਊ ਜੀ ਵੀ ਸਾਡੇ ਕੋਲ ਹੁੰਦੇ ਸੀ। ਸਾਡਾ ਨਵਾਂ ਘਰ ਸੀ ਉਦੋਂ ਗ੍ਰੀਨ ਐਵਨਿਊ ਦੇ ਵਿੱਚ ਅੰਮ੍ਰਿਤਸਰ, ਤੇ ਉੱਥੇ ਹੀ ਸਾਰੀਆਂ ਇਨੀਸ਼ੀਅਲ ਡਿਸਕਸ਼ਨਸ ਹੁੰਦੀਆਂ ਸੀ। ਇੱਕ ਚਿੱਠੀ ਮਿਲੀ ਜਿਹਦੇ ਵਿੱਚ ਕਿ ਬਲਰਾਜ ਜੀ ਉਹਨੂੰ ਕਹਿ ਰਹੇ ਰਜਿੰਦਰ ਭਾਟੀਆ ਨੂੰ ਕਿ ਪਵਿੱਤਰ ਪਾਪੀ ਤੇ ਤੂੰ ਬੜੀ ਅੱਛੀ ਬਣਾਈ। ਹਾਲਾਂਕਿ ਬਾਊ ਜੀ ਬਹੁਤੇ ਖੁਸ਼ ਨਹੀਂ ਸੀ ਕਿ ਐਂਡਿੰਗ ਜਿਸ ਤਰ੍ਹਾਂ ਚੇਂਜ ਕੀਤੀ ਗਈ। ਹਾਂ, ਪਰ ਬੜੀ ਅੱਛੀ ਤੂੰ ਫਿਲਮ ਬਣਾਈ। ਹੁਣ ਬਾਊ ਜੀ ਦਾ ਜਿਹੜਾ ਸਭ ਤੋਂ ਪ੍ਰਸਿੱਧ ਨਾਵਲ ਹੈ ਉਹ ਚਿੱਟਾ ਲਹੂ ਹੈ ਮਾਸਟਰਪੀਸ, ਤੇ ਵਾਈ ਡੋਂਟ ਯੂ ਲੁੱਕ ਐਟ ਦੈਟ। ਔਰ ਚਿੱਠੀਆਂ ਜਿਹੜੀਆਂ ਰਜਿੰਦਰ ਭਾਟੀਆ ਦੀਆਂ ਚਿੱਠੀਆਂ ਉਰਦੂ ਦੇ ਵਿੱਚ ਹੈ ਜੀ। ਹਾਂ, ਔਰ ਰਜਿੰਦਰ ਭਾਟੀਆ ਨੇ ਲਿਖਿਆ ਵਾ ਕਿ ਨਾਵਲ ਤੇ ਵਾਕਈ ਬਹੁਤ ਅੱਛਾ ਵਾ, ਪਰ ਉਹਨੂੰ ਮੈਂ ਇਹ ਜੇ ਚੇਂਜਸ ਨਾਨਕ ਸਿੰਘ ਜੀ ਕਰਦੇ ਹਨ। ਓਕੇ, ਸਕ੍ਰਿਪਟ ਵੀ ਚੇਂਜ ਕਰਨਾ ਚਾਹੁੰਦੇ ਸੀ। ਔਰ ਬਲਰਾਜ ਜੀ ਨੇ ਰਿਪਲਾਈ ਕੀਤਾ ਕਿ ਬਿਲਕੁਲ ਨਹੀਂ, ਇਹ ਇੱਕ ਪੰਜਾਬੀ ਲੈਂਗੁਏਜ ਦਾ ਕਲਾਸਿਕ ਹੈ, ਮਾਸਟਰਪੀਸ ਹੈ। ਤੁਸੀਂ ਮਾਸਟਰਪੀਸ ਦੇ ਵਿੱਚ ਕੋਈ ਚੇਂਜਸ ਨਹੀਂ ਕਰ ਸਕਦੇ। ਜੇ ਤੂੰ ਬਣਾਣੀ ਹੈ ਫਿਲਮ ਤੇ ਇਸੇ ਤਰ੍ਹਾਂ ਬਣਾ, ਨਹੀਂ ਤੇ ਨਹੀਂ ਬਣੇਗੀ। ਓਕੇ ਓਕੇ। ਔਰ ਨਹੀਂ ਬਣੀ। ਓਕੇ, ਤੋ ਦਰਸ਼ਕਾਂ ਨੂੰ ਮੈਂ ਦੱਸ ਦਿਆਂ ਜੀ 1932 ਵਿੱਚ ਚਿੱਟਾ ਲਹੂ ਪਬਲਿਸ਼ ਹੋਈ ਸੀ ਤੇ ਅੱਜ ਵੀ ਮਾਸਟਰਪੀਸ ਹੈ। ਰਸ਼ੀਆ ਦੇ ਬੜੇ ਵੱਡੇ ਆਥਰ ਜਿਹੜੇ ਹੈਗੇ ਨੇ ਲੀਓ ਟੋਲਸਟੋਏ, ਉਹਨਾਂ ਦੀ ਗ੍ਰੈਂਡ ਡਾਟਰ ਨਤਾਸ਼ਾ ਟੋਲਸਟੋਏ ਨੇ ਇਹ ਰਸ਼ੀਅਨ ਦੇ ਵਿੱਚ ਅਨੁਵਾਦ ਕੀਤਾ ਸੀ। ਤੇ ਮੈਂ ਜਿੱਥੇ ਤੱਕ ਪੜ੍ਹਿਆ ਉਹ ਅੰਮ੍ਰਿਤਸਰ ਖੁਦ ਦੇਣ ਆਈ ਸੀਗੀ ਨਾਨਕ ਸਿੰਘ ਜੀ ਨੂੰ, ਗਿਫਟ ਕਰਨ ਆਈ ਸੀ ਉਹ ਇਹ ਬੁੱਕ, ਕਿ ਵੀ ਤੁਸੀਂ ਬਹੁਤ ਹੀ ਮਤਲਬ ਮਾਸਟਰਪੀਸ ਲਿਖਿਆ। ਸੋ ਸਰ ਸਾਡੇ ਕੋਲ ਇੱਕ ਕਾਪੀ ਹੈ ਜਿਹੜੀ ਕਿ ਉਹਨੇ ਮੇਰੇ ਫਾਦਰ ਨੂੰ ਪ੍ਰੈਜ਼ੈਂਟ ਕੀਤੀ। ਇਟ ਇਜ਼ ਡੈਡੀਕੇਟਡ ਟੂ ਮਾਈ ਫਾਦਰ। ਸੋ ਉਹ ਕਾਪੀ ਵੀ ਰਸ਼ੀਅਨ ਐਡੀਸ਼ਨ ਦੀ ਸਾਡੇ ਕਲੈਕਸ਼ਨ 'ਚ ਜਾਏਗੀ ਨਾਨਕ ਸਿੰਘ ਸੈਂਟਰ ਦੇ ਵਿੱਚ। ਰਾਈਟ ਸਰ। ਤੁਹਾਡੇ ਸਰ ਚਾਚਾ ਜੀ ਨੇ ਵੀ ਬਾਲ ਸਾਹਿਤ ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਜਿੱਤਿਆ ਹੈ, ਕੁਲਵੀਰ ਸਿੰਘ ਸੂਰੀ ਜੀ ਨੇ, ਉਹਨਾਂ ਬਾਰੇ ਵੀ ਸਾਨੂੰ ਦੱਸੋ। ਤੁਹਾਡੀ ਮਤਲਬ ਫੈਮਿਲੀ ਵਿੱਚ ਕਾਫੀ ਅਵਾਰਡਸ ਹੈਗੇ ਨੇ ਲਿਟਰੇਚਰ ਦੇ ਬਾਰੇ। ਬਹੁਤ ਹੀ ਸਾਡੇ ਅਜ਼ੀਜ਼ ਹੈ ਚਾਚਾ ਜੀ, ਔਰ ਮੇਰਾ ਖਿਆਲ ਬੜੇ ਥੋੜੇ ਇਹੋ ਜਿਹੇ ਇੰਡੀਵਿਜੂਅਲਸ ਹੁੰਦੇ ਆ ਜੋ ਉਹਨਾਂ ਦੀ ਡੀਸੈਂਸੀ ਹੈ। ਔਰ ਉਹਨਾਂ ਨੇ ਇੱਕ ਡਿਫਰੈਂਟ ਟਰੈਕ ਚੁਣਿਆ ਆਪਣੇ ਲਈ ਬਾਲ ਸਾਹਿਤ ਦਾ, ਜਿਹੜਾ ਕਿ ਇੱਕ ਤੁਸੀਂ ਸਮਝੋ ਕਿ ਪੰਜਾਬੀ ਦੇ ਵਿੱਚ ਇੱਕ ਨਿਗਲੈਕਟਡ ਖੇਤਰ ਸੀ। ਨਿਗਲੈਕਟਡ, ਬਿਲਕੁਲ ਅਣਗੌਲਿਆ ਖੇਤਰ ਹੈ ਜੀ। ਹਾਂ, ਔਰ ਉਹਨਾਂ ਨੇ
ਸ਼ਾਇਦ ਮੈਂ ਇਹ ਕਹਿ ਸਕਦਾ ਕਿ ਉਹਨਾਂ ਨੇ ਬਾਊ ਜੀ ਕੋਲੋਂ ਇੱਕ ਚੀਜ਼ ਜਿਹੜੀ ਕਾਪੀ ਕੀਤੀ ਹੈ, ਬਾਊ ਜੀ ਦੇ ਨਾਵਲਾਂ ਦੇ ਵਿੱਚ ਹਮੇਸ਼ਾ ਇੱਕ ਐਫਰਟ ਹੁੰਦਾ ਸੀ ਸੋਸ਼ਲ ਰਿਫਾਰਮ ਦਾ। ਜੀ ਬਿਲਕੁਲ ਬਿਲਕੁਲ ਬਾਊ ਜੀ ਨੇ ਆਪਣੇ ਆਪ ਨੂੰ ਮੁਨਸ਼ੀ ਪ੍ਰੇਮਚੰਦ ਦੇ ਉੱਤੇ ਮਾਡਲ ਕੀਤਾ। ਮੈਂ ਉਸ ਬਾਰੇ ਆ ਰਿਹਾ ਸੀ, ਮੁਨਸ਼ੀ ਪ੍ਰੇਮਚੰਦ ਜਿਹੜਾ ਜੇਲ੍ਹ ਵਾਲਾ ਜਿਹੜਾ ਐਪੀਸੋਡ ਜੀ ਤੇ ਮਤਲਬ ਜਦੋਂ 1922 ਦੇ ਵਿੱਚ ਬਾਊ ਜੀ ਜੇਲ੍ਹ ਗਏ ਗੁਰੂ ਕਾ ਬਾਗ ਮੋਰਚਾ ਲਹਿਰ ਦੇ ਦੌਰਾਨ, ਜੀ ਤੇ ਉਹਨਾਂ ਨੂੰ ਇੱਕ ਉੱਥੇ ਪੰਡਿਤ ਜਗਤ ਰਾਮ ਸੀ, ਜੀ ਕਾਂਗਰਸ ਪਾਰਟੀ ਦੇ ਐਕਟਿਵਿਸਟ, ਜਿੱਦਾਂ ਉਹ ਜੇਲ੍ਹ 'ਚ ਲਾਹੌਰ ਦੀ ਬੋਸਟਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਜੀ ਤੇ ਉੱਥੇ ਬਾਊ ਜੀ ਨੇ ਪੜ੍ਹੇ ਮੁਨਸ਼ੀ ਪ੍ਰੇਮਚੰਦ ਦੇ ਨਾਵਲ ਉਹਨਾਂ ਕੋਲ, ਹਾਂਜੀ ਜੀ ਔਰ ਉਹਨਾਂ ਨੂੰ ਬੜਾ ਇੱਕ ਫੀਲਿੰਗ ਆਈ ਕਿ ਮੈਨੂੰ ਵੀ ਇਹੋ ਹੀ ਕੰਮ ਕਰਨਾ ਚਾਹੀਦਾ ਕਿ ਮੈਂ ਐਸੀ ਦੀਆਂ ਕਹਾਣੀਆਂ ਲਿਖਾਂ ਜਿਨ੍ਹਾਂ ਦੇ ਪਾਤਰਾਂ ਦੇ ਰਾਹੀਂ ਔਰ ਜਿਹੜੀ ਕਹਾਣੀ ਦੇ ਰਾਹੀਂ ਮੈਂ ਕੋਈ ਮੈਸੇਜ ਕਨਵੇ ਕਰ ਸਕਾਂ ਸੋਸ਼ਲ ਰਿਫਾਰਮ ਦਾ। ਜੀ ਔਰ ਪਹਿਲਾ ਉਹਨਾਂ ਨੇ ਕਿਤਾਬ, ਪਹਿਲੀ ਨਾਵਲ ਜਿਹੜਾ ਲਿਖਣਾ ਸ਼ੁਰੂ ਕੀਤਾ ਜੇਲ੍ਹ ਦੇ ਵਿੱਚ ਸ਼ੁਰੂ ਕਰਤਾ, ਔਰ ਉਹਨਾਂ ਦਾ ਨਾਮ ਲਿਖਿਆ ਅਧ ਖਿਲੀ ਕਲੀ। ਅਧਖੇੜੀ ਕਲੀ ਜੀ। ਹਾਂ, ਔਰ ਅਨਫੋਰਚੂਨੇਟਲੀ ਜੇਲ੍ਹ ਦੇ ਵਾਰਡਨ ਨੇ ਉਹਨਾਂ ਦੇ ਸੈੱਲ ਦੇ ਉੱਤੇ ਰੇਡ ਕੀਤਾ, ਔਰ ਉਹ ਜਿੰਨੇ ਕੁ ਉਹਨਾਂ ਦੇ ਪੇਜਸ ਲਿਖੇ ਸੀ ਅੱਧਾ ਪਜੱਦਾ ਉਹ ਸੀਜ਼ ਕਰ ਲਏ, ਔਰ ਇਹ 1922 ਦੀ ਗੱਲ ਹੈ। ਔਰ 1940 ਵਿੱਚ ਬਾਊ ਜੀ ਨੇ ਫਿਰ ਦੁਬਾਰਾ ਉਹ ਨਾਵਲ ਲਿਖਿਆ ਅਧ ਖਿੜਿਆ ਫੁੱਲ, ਉਹਨਾਂ ਨੂੰ ਜਦੋਂ ਆਈਡੀਆ ਕੁਛ ਆਏ, ਔਰ ਉਹ ਉਹਨਾਂ ਨੇ ਉਹਦੇ 'ਚ ਬਿਆਨ ਕੀਤਾ ਕਿਸ ਤਰ੍ਹਾਂ ਇਹਦੀ ਬੈਕਗਰਾਊਂਡ ਜਿਹੜੀ ਇਹ ਸਾਰੀ ਸੀ। ਔਰ ਮੇਰਾ ਖਿਆਲ ਹੈ ਕਿ ਚਾਚਾ ਜੀ ਦੇ ਉੱਤੇ ਵੀ ਉਹ ਇੰਪੈਕਟ ਹੈਗਾ ਕਿ ਮੈਂ ਬੱਚਿਆਂ ਦੀਆਂ ਕਹਾਣੀਆਂ ਦੇ ਥਰੂ ਕਿਸ ਤਰ੍ਹਾਂ ਸੋਸ਼ਲ ਰਿਫਾਰਮ ਕਰ ਸਕਾਂ, ਔਰ ਹਰ ਇੱਕ ਕਹਾਣੀ ਦੇ ਨਾਲ ਬੱਚਿਆਂ ਨੂੰ ਇੱਕ ਮੈਸੇਜ ਦੇ ਸਕਾਂ। ਸੋ ਇੱਕ ਮੈਂ ਫੀਲ ਕਰਦਾ ਕਿ ਬਹੁਤ ਹੀ ਅਹਿਮ ਕੰਮ ਕਰ ਰਹੇ ਚਾਚਾ ਜੀ। ਜੀ ਜੀ। ਤੋ ਸਰ ਤੁਹਾਡਾ ਜੀ ਅਸੀਂ ਕਾਫੀ ਸਮਾਂ ਲਿਆ। ਨਾਨਕ ਸਿੰਘ ਜੀ ਦੇ ਬਾਰੇ ਗੱਲ ਤਾਂ ਮੈਂ ਸਾਰਾ ਦਿਨ ਕਰ ਸਕਦਾ ਜੀ, ਮਤਲਬ ਮੈਂ ਉਹਨਾਂ ਦੀ ਰਾਈਟਿੰਗ ਦਾ ਐਡਾ ਕੁ ਵੱਡਾ ਫੈਨ ਆ ਤੇ ਮੈਂ ਉਹਨਾਂ ਦੇ ਬਾਰੇ ਤਾਂ ਸਾਰਾ ਦਿਨ ਗੱਲ ਕਰ ਸਕਦਾ। ਤੇ ਤੁਹਾਡਾ ਸਰ ਅਸੀਂ ਕਾਫੀ ਸਮਾਂ ਲਿਆ ਸਰ। ਤੁਹਾਡੇ ਖੁਦ ਦੇ ਸਰਵਿਸ ਬਾਰੇ ਜਾਣ ਕੇ ਵੀ ਬੜੀ ਖੁਸ਼ੀ ਹੋਈ ਮੈਨੂੰ। ਜਦੋਂ ਸਰ ਤੁਹਾਡੇ ਬਾਰੇ ਪਤਾ ਲੱਗਿਆ ਤੇ ਨਾਨਕ ਸਿੰਘ ਜੀ ਦੇ ਬਾਰੇ ਪਤਾ ਲੱਗਿਆ ਤੇ ਮੇਰਾ ਤਾਂ ਮਨ ਸੀ ਮੈਂ ਤੁਹਾਨੂੰ ਪਰਸਨਲੀ ਮਿਲ ਕੇ ਆਵਾਂ ਤੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਾਂ, ਤੇ ਜ਼ਰੂਰ ਮੈਂ ਤੁਹਾਡੇ ਨਾਲ ਕਿਸੇ ਦਿਨ ਮੁਲਾਕਾਤ ਵੀ ਕਰਾਂਗਾ ਸਰ। ਤੇ ਤੁਸੀਂ ਆਪਣਾ ਸਮਾਂ ਦਿੱਤਾ ਸਰ, ਤੁਹਾਡੇ ਕਰੀਅਰ ਦੇ ਬਾਰੇ ਜਾਣ ਕੇ, ਤੁਹਾਡੇ ਪ੍ਰੋਫੈਸ਼ਨ ਜਿੱਥੇ ਤੁਸੀਂ ਰਹੇ ਹੋ, ਤੁਸੀਂ ਉੱਥੇ ਕਿਸ ਤਰ੍ਹਾਂ ਆਪਣੇ ਦੇਸ਼ ਦੀ, ਆਪਣੀ ਕੌਮ ਦੀ ਸੇਵਾ ਕੀਤੀ ਹੈ, ਉਸ ਦੇ ਬਾਰੇ ਜਾਣ ਕੇ ਬੜੀ ਖੁਸ਼ੀ ਹੋਈ ਸਰ। ਤੇ ਤੁਹਾਡਾ ਮੈਂ ਦਿਲੀ ਧੰਨਵਾਦ ਕਰਦਾ ਸਰ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਰ। ਬਹੁਤ ਮਿਹਰਬਾਨੀ। ਬਹੁਤ ਤੁਸੀਂ ਅੱਛਾ ਇੱਕ ਬੀੜਾ ਚੁੱਕਿਆ ਵਾ YouTube ਰਾਹੀਂ ਲੋਕਾਂ ਨੂੰ, ਬੱਚਿਆਂ ਨੂੰ ਅਵੇਅਰਨੈਸ ਕ੍ਰੀਏਟ ਕਰਨ ਦਾ। ਔਰ ਮੈਂ ਫੀਲ ਕਰਦਾ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਇਹਦਾ ਮਕਸਦ ਸਿਰਫ ਇੱਕ ਐਗਜ਼ਾਮ ਪਾਸ ਕਰਨਾ ਹੀ ਨਹੀਂ, ਅੱਛੇ ਇਨਸਾਨ ਬਣਨਾ ਵੀ ਹੋਣਾ ਚਾਹੀਦਾ। ਔਰ ਉਹਦੇ ਨਾਲ ਨਾਲ ਜੇ ਅਸੀਂ ਕੁਛ ਨਾ ਕੁਛ ਪੰਜਾਬੀ ਕਲਚਰ ਲਈ, ਲਿਟਰੇਚਰ ਲਈ, ਹੈਰੀਟੇਜ ਲਈ ਕਰ ਸਕੀਏ ਤਾਂ ਉਹ ਹੋਰ ਵੀ ਵਧੀਆ ਹੋਵੇਗਾ। ਜੀ ਜੀ ਸਰ, ਥੈਂਕ ਯੂ। ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਥੈਂਕ ਯੂ।